ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ ਸਾਰੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਬਹੁਤ ਸਾਰੇ ਕਟਾਕਸ਼ ਵੀ ਹੈ, ਹਰਮਨ ਥਿੰਦ ਜੀ ਨਾਲ ਵੀ ਹੈ। ਇਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ, ਸਾਡੀ ਸਮੁੱਚੀ ਟੀਮ, ਹਰਮਨ ਥਿੰਦ ਜੀ ਸਤਿਕਾਰਯੋਗ, ਇਹ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ। ਉਹਦਾ ਕਾਰਨ ਇਹ ਹੈ ਜੀ ਕਿ ਅੱਜ 1600 ਕਿਸ਼ਤਾਂ ਹੋ ਗਈਆਂ। ਚੱਜ ਦਾ ਵਿਚਾਰ ਦੀ ਅੱਜ 1600ਵੀਂ ਕਿਸ਼ਤ ਆ। ਸੋ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਆਏ ਆ ਵੀ ਤੁਹਾਡੀਆਂ 1600 ਕਿਸ਼ਤਾਂ ਪੂਰੀਆਂ ਹੋਈਆਂ। ਇਹ ਸਾਰਾ ਕੁਝ ਤੁਹਾਡੇ ਪਿਆਰ ਸਤਿਕਾਰ ਦੇ ਸਦਕਾ ਹੀ ਹੋਇਆ। ਇਹ ਸਾਰਾ ਕੁਝ ਤਾਂ ਕਰਕੇ ਹੋਇਆ ਕਿਉਂਕਿ ਤੁਸੀਂ ਸਾਨੂੰ ਊਣਿਆਂ ਪਾਉਣਿਆਂ ਨੂੰ ਸਵੀਕਾਰ ਕੀਤਾ। ਤੇ ਮੈਂ ਤੇ ਜੇਕਰ ਸਾਡੇ ਜਿਹੜੇ ਬਾਕੀ ਸਾਥੀ ਆ ਤੁਹਾਡੇ ਕੱਲੇ ਕੱਲੇ ਦੇ ਸਤਿਕਾਰ ਦੇ ਵਿੱਚ ਪੈਰੀਂ ਹੱਥ ਵੀ ਲੱਗੇ, ਉਹ ਵੀ ਘੱਟ ਆ। ਤੁਸੀਂ ਬਹੁਤ ਮਾਣ ਦਿੱਤਾ, ਤੁਸੀਂ ਬਹੁਤ ਕੁਝ ਸਾਨੂੰ ਸਿਖਾਇਆ, ਬਹੁਤ ਕੁਝ ਸਾਨੂੰ ਸਮਝਾਇਆ ਤੇ ਪਰਿਵਾਰ ਦੇ ਜੀਆਂ ਵਾਂਗ ਮੁਹੱਬਤ ਆਪਣੀ ਪਈ ਆ। ਸੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਆਪਾਂ ਸਫ਼ਰ ਕੋਸ਼ਿਸ਼ ਕਰਾਂਗੇ ਬਈ ਇਵੇਂ ਜਾਰੀ ਰਹੇ। 1600 ਕਿਸ਼ਤ ਹੋਣ ਤੇ ਮੈਨੂੰ ਨਹੀਂ, ਹਰਮਨ ਜੀ ਨੂੰ ਨਹੀਂ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਇੱਕ ਵਾਰ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਚਲੋ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕ। ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਕਿਉਂਕਿ ਬਹੁਤ ਮਿਹਨਤ ਕੀਤੀ, ਦਿਨ ਰਾਤ ਇੱਕ ਕੀਤਾ ਔਰ ਉਸ ਮਿਹਨਤ ਨੂੰ ਬੂਰ ਪਿਆ ਜਦੋਂ ਸਾਡੇ ਪਰਿਵਾਰਕ ਜੀਆਂ ਨੇ ਸਾਡਾ ਸਾਥ ਦਿੱਤਾ, ਸਾਨੂੰ ਸ਼ਾਬਾਸ਼ੀ ਵੀ ਦਿੱਤੀ, ਸਾਨੂੰ ਸਮਝਾਇਆ ਵੀ, ਸਾਨੂੰ ਦੱਸਿਆ ਵੀ ਕਿ ਸਾਨੂੰ ਕੀ ਕਰਨਾ ਚਾਹੀਦਾ। ਔਰ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਉਮੀਦਾਂ ਦੇ ਉੱਪਰ ਖਰੇ ਉਤਰ ਸਕੀਏ। ਔਰ ਸੱਚੀ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਸਾਨੂੰ ਇੰਨਾ ਲੰਮਾ ਸਫ਼ਰ ਤੈਅ ਕਰਵਾ ਦਿੱਤਾ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਅਸੀਂ ਇੰਨੀ ਦੂਰ ਚੱਲ ਆਏ ਹਾਂ। ਜੇ ਤਾਂ ਸਾਡੇ ਕੋਲੋਂ ਕੁਝ ਚੰਗਾ ਹੋਇਆ, ਇਹ ਸਾਡੇ ਦਰਸ਼ਕਾਂ ਦੀ, ਸਾਡੇ ਪਰਿਵਾਰਕ ਮੈਂਬਰਾਂ ਦੀ ਮਿਹਰਬਾਨੀ ਹੈ, ਬਿਲਕੁਲ ਉਹਨਾਂ ਦੀ ਕਿਰਪਾ। ਜਿਹੜਾ ਕੁਝ ਸਾਡੇ ਕੋਲੋਂ ਗਲਤ ਹੋਇਆ ਉਹ ਸਾਡੀ ਝੋਲੀ ਦੇ ਵਿੱਚ ਹੈ। ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਹੁਣ ਮੈਂ ਚੱਜ ਦਾ ਵਿਚਾਰ ਆਉਣ ਦਿਓ। ਕੁਛ ਲੋग आए थे मेरा दर्द बांटने के लिए। वाह। कुछ लोग आए थे मेरा दर्द बांटने के लिए, मुझे खुश देखा तो परेशान होकर चल दिए। क्या बात है टाणा साहब, ਮਿਹਰਬਾਨੀ, ਛਾ ਗਏ ਹੋ ਤੁਸੀਂ ਤਾਂ। ਧੰਨਵਾਦ। ਬਹੁਤੇ ਲੋਕ ਇਹੋ ਜਿਹੇ ਟੱਕਰਦੇ ਨੇ ਜ਼ਿੰਦਗੀ ਦੇ ਵਿੱਚ। ਬਹੁਤੇ ਲੋਕ ਆਪਣੇ ਆਲੇ ਦੁਆਲੇ ਦੇ ਵਿੱਚ ਹੁੰਦੇ ਨੇ ਇਹੋ ਜਿਹੇ ਜਿਹੜੇ ਕਿ ਕਹਿ ਲਓ ਵੀ ਖੁਸ਼ੀ ਕਿਸੇ ਦੀ ਵੇਖ ਕੇ ਜਾ ਨਹੀਂ ਸਕਦੇ। ਅਸੀਂ ਅਕਸਰ ਇਸ ਚੀਜ਼ ਦਾ ਉਲਾਮਾ ਵੀ ਦਿੰਦੇ ਹਾਂ ਕਿ ਕਿਸੇ ਨੂੰ ਖੁਸ਼ ਹੁੰਦਿਆਂ ਦੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਜੇਕਰ ਕੋਈ ਖੁਸ਼ ਹੈ ਤਾਂ ਉਹਦੀ ਖੁਸ਼ੀ 'ਚ ਸ਼ਾਮਲ ਹੋਣਾ ਚਾਹੀਦਾ ਹੈ। ਪਰ ਮੈਨੂੰ ਇਹ ਲੱਗਦਾ ਕਿ ਆਪਣੇ ਆਪ ਤੋਂ ਵੀ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਮੈਂ ਕਿਸੇ ਦੀ ਖੁਸ਼ੀ ਵੇਖ ਕੇ ਉਹਨੂੰ ਜਰਦਾ? ਸਹੀ। ਕੀ ਮੈਂ ਕਿਸੇ ਦੀ ਖੁਸ਼ੀ 'ਚ ਖੁਸ਼ ਹੁੰਨਾ? ਜੇਕਰ ਨਹੀਂ ਤਾਂ ਕੀ ਗੱਲ ਹੈ, ਉਹ ਕੀ ਕਮੀ ਹੈ ਇਹੋ ਜਿਹੀ ਮੇਰੇ ਅੰਦਰ ਕਿ ਮੈਂ ਕਿਸੇ ਦੀ ਖੁਸ਼ੀ 'ਚ ਵੀ ਖੁਸ਼ ਨਹੀਂ ਹੋ ਸਕਦਾ? ਬਿਲਕੁਲ ਸਹੀ। ਸੋ ਇਸ ਲਈ ਲੋਕਾਂ ਦੀ ਖੁਸ਼ੀ 'ਚ ਅਸਲ 'ਚ ਖੁਸ਼ ਹੋਣਾ ਸਿੱਖੀਏ। ਬਹੁਤੀ ਵਾਰ ਕਿਸੇ ਦੇ ਜੇਕਰ ਕੋਈ ਚੰਗਾ ਸਮਾਗਮ ਹੋਵੇ, ਖੁਸ਼ੀ ਵਾਲਾ ਸਮਾਗਮ ਹੋਏ, ਉੱਥੇ ਵੀ ਮੱਥੇ ਵੱਟ ਜਿਹਾ ਪਾ ਕੇ ਜਾਂਦੇ ਆ ਵੀ ਲੈ ਐਵੇਂ ਇੰਨਾ ਪੈਸਾ ਲਾਤਾ, ਇਹਨਾਂ ਦੇ ਐ ਕਿਵੇਂ ਹੋ ਗਿਆ। ਪਹਿਲਾਂ ਕਹਿੰਦੇ ਆ ਇਹਨਾਂ ਨੇ ਪੈਸਾ ਲਾਉਣਾ ਨਹੀਂ, ਲਾਤਾ ਤਾਂ ਐਵੇਂ ਲਾਤਾ, ਨਹੀਂ ਲਾਇਆ ਤਾਂ ਨੰਗ ਹੋ ਗਏ, ਇਹਨਾਂ ਨੂੰ ਕੁਝ ਆਉਂਦਾ ਹੀ ਨਹੀਂ, ਇਹ ਖਾਣ ਵਾਲੇ ਹੀ ਆ, ਖਮਾਉਂਦੇ ਨਹੀਂ। ਸਾਡੇ ਮਸਲੇ ਹੀ ਮਸਲੇ ਆ, ਹੱਲ ਹੈ ਨਹੀਂਗਾ ਜੀ। ਸੋ ਇਸ ਲਈ ਖੁਸ਼ੀ 'ਚ ਅਸਲ 'ਚ ਢਿੱਡੋਂ ਦਿਲੋਂ ਖੁਸ਼ ਹੋ ਕੇ ਅਗਲੇ ਦੀ ਸ਼ਾਮਲ ਹੋ। ਬਿਲਕੁਲ ਸਹੀ। ਸੋ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ, ਅੱਜ ਚਾਹੀਦਾ ਵਿਚਾਰ ਸ਼ਾਇਰੀ ਭਰਪੂਰ ਹੈ ਟਾਣਾ ਸਾਹਿਬ। ਕਿਸੇ ਬਹੁਤ ਵਧੀਆ ਸ਼ਾਇਰ ਨੇ ਕੁਝ ਸਤਰਾਂ ਲਿਖੀਆਂ, ਉਹ ਆਪਾਂ ਸਾਂਝੀਆਂ ਕਰਦੇ ਹਾਂ। ਕਹਿੰਦੇ ਰੁੱਖਾਂ ਦੇ ਜਦ ਪੱਤੇ ਝੜਦੇ, ਰੁੱਖਾਂ ਦੇ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ। ਆਹਾ। ਰੁੱਖਾਂ ਦੇ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ, ਆਪਣੇ ਜਦੋਂ ਬਗਾਨੇ ਹੁੰਦੇ, ਹੁੰਦੇ ਰੰਗ ਵਿਖਾ ਕੇ। ਵਾਹ ਵਾਹ, ਬਹੁਤ ਖੂਬ, ਕੀ ਬਾਤ, ਸਿਰਾ। ਆਪਣੇ ਜਦੋਂ ਬਗਾਨੇ ਹੁੰਦੇ, ਹੁੰਦੇ ਰੰਗ ਵਿਖਾ ਕੇ। ਬਿਲਕੁਲ ਜੀ। ਪਰ ਗੱਲ ਇਹ ਆ ਬਈ ਕੋਈ ਬਗਾਨਗੀ ਦਾ ਅਹਿਸਾਸ ਨਾ ਕਰਾਵੇ, ਲੈ ਕੇ ਜਾਣਾ। ਬਿਲਕੁਲ। ਪਹਿਲਾਂ ਤਾਂ ਰੌਲਾ ਇਹ ਆ, ਪਹਿਲੀ ਗੱਲ ਇਹ ਆ। ਪਰ ਹੁੰਦੀ ਆ ਸਾਡੇ ਵਿੱਚੋਂ ਕਈਆਂ ਦੀ ਆਦਤ ਹੁੰਦੀ ਵੱਖੀ ਜੀ ਚੋਂ ਗੱਲ ਕਰਨੀ ਜੀ, ਚੱਬ ਕੇ ਗੱਲ ਕਰਨੀ, ਥੋੜਾ ਜਿਹਾ ਔਖਾਪਣ ਜਿਹਾ ਮਹਿਸੂਸ ਕਰਨਾ, ਉਧਰਲੇ ਪਾਸੇ 'ਚ ਜਾ ਕੇ ਗੱਲ ਕਰਨੀ, ਫਿਰ ਇੱਧਰਲੇ ਪਾਸੇ ਜਾ ਕੇ ਜੇ ਕਹਿਣੀ ਕੋਲੇ ਆ ਕੇ ਕਹਿਣਾ ਗਾਹ ਨਾ ਗੱਲ ਕਰੀ, ਆਪਣੇ 'ਚ ਹੀ ਆ। ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਕਦੇ ਕਦੇ ਤੁਹਾਨੂੰ ਪਤਾ ਹੁੰਦਾ। ਇਹ ਨਾ ਕਦੇ ਵੀ ਸਮਝੋ ਵੀ ਸੰਬੰਧਿਤ ਬੰਦੇ ਨੂੰ ਕਿਸੇ ਗੱਲ ਦਾ ਪਤਾ ਨਹੀਂ। ਬਿਲਕੁਲ ਪਤਾ ਸਾਰੀ ਗੱਲ ਦਾ ਹੁੰਦਾ, ਪਰ ਬੰਦਾ ਕਹਿੰਦਾ ਯਾਰ ਪਰਦਾ ਜਾਂ ਪਿਆ ਰਹਿਣ ਦਿਓ, ਇਹਦੀ ਵੀ ਗੱਲ ਜੀ ਬਣੀ ਰਵੇ ਤੇ ਇਹਦਾ ਰਿਸ਼ਤਾ ਨਾ ਖਰਾਬ ਕਰ ਗਏ। ਸੋ ਕੋਈ ਐਸਾ ਦੁਨੀਆ ਦੇ ਵਿੱਚ ਇਹੋ ਜਿਹਾ, ਪੰਜਾਬ ਦੇ ਵਿੱਚ ਇਹੋ ਜਿਹਾ, ਭਾਰਤ ਦੇ ਵਿੱਚ ਬੰਦਾ ਨਹੀਂ, ਇੰਨਾ ਮੂਰਖਮਤਾ ਕੋਈ ਨਹੀਂ ਹੁੰਦਾ ਜਿਹਨੂੰ ਸਾਰੀ ਉਮਰ ਪਤਾ ਹੀ ਨਾ ਲੱਗੇ ਵੀ ਮੂਰਲਾ ਬੰਦਾ ਕਿਵੇਂ। ਬਿਲਕੁਲ ਸਹੀ। ਪਰ ਬੰਦਾ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ, ਇਹਨੂੰ ਇਸੇ ਭਰਮ ਦੇ ਵਿੱਚ ਤੁਰਿਆ ਫਿਰਨ ਵੀ ਇਹਦੀ ਚਲਾਕੀ ਦਾ ਪਤਾ ਨਹੀਂ ਲੱਗਦਾ। ਹਾਂ ਬਿਲਕੁਲ ਸਹੀ। ਸੋ ਇਸ ਲਈ
ਰੰਗ ਜੋ ਹੈਗੇ ਨੇ ਉਹਨਾਂ ਰੰਗਾਂ ਦੇ ਵਿੱਚ ਰਹਿਣਾ ਸਿੱਖੋ। ਕਦੇ ਵੀ ਇਹ ਨਾ ਸੋਚੋ ਵੀ ਮੈਂ ਜੇਕਰ ਇਹਦੇ ਨਾਲ ਮੈਂ ਨਾ ਖੜੂੰ ਤੇ ਇਹਦਾ ਕੁਝ ਬਣਨਾ ਨਹੀਂ। ਹਰ ਇੱਕ ਬੰਦਾ ਆਪਣੀ ਮਿਹਨਤ ਸਦਕਾ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਦਾ ਹੈ। ਸੋ ਇਸ ਲਈ ਹਮੇਸ਼ਾ ਮਿਹਨਤ ਦੀ ਕਦਰ ਕਰੋ। ਕੋਈ ਬੰਦਾ ਅੱਗੇ ਵੱਧ ਰਿਹਾ ਹੈ ਤਾਂ ਉਹਦੇ ਨਾਲ ਖੜੋ, ਉਹਦਾ ਸਤਿਕਾਰ ਕਰੋ ਔਰ ਮੂੰਹ ਜਿਹਾ ਘੁਮਾਉਂਦਿਆਂ ਹੀ ਗੱਲਾਂ ਕਰਨੀਆਂ ਬੰਦ ਕਰਨੀਆਂ ਬਿਲਕੁਲ ਸਹੀ ਗੱਲ। ਜੱਜ ਦਾ ਵਿਚਾਰ। ਟਾਣਾ ਸਾਹਿਬ ਅੱਜ ਸ਼ੁਰੂਆਤ ਇੱਕ ਬਹੁਤ ਸੋਹਣੀ ਖਬਰ ਤੋਂ ਕਰਦੇ ਹਾਂ। ਅੱਛਾ, ਇੱਕ ਪਿੰਡ ਜਿਹਦਾ ਨਾਂ ਇਸ ਵੇਲੇ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਹੈ। ਦੇਖੋ ਪਹਿਲਾਂ ਤਾਂ ਮੈਂ ਇੱਕ ਗੱਲ ਹੋਰ ਕਹਿ ਦਿਆਂ ਜੀ ਵੀ ਸਾਰੇ ਪਿੰਡਾਂ ਦੇ ਉੱਤੇ ਮਾਣ ਆ। ਹੂੰ ਹਰ ਪਿੰਡ ਕਮਾਲ ਆ ਜੀ ਤੇ ਹਰ ਪਿੰਡ ਦੇ ਵਿੱਚ ਕਮਾਲ ਹੋਵੇ। ਮੈਨੂੰ ਉਹ ਭੈਣ ਭਰਾਵਾਂ ਵਾਲੀਆਂ ਲੜਾਈਆਂ ਦਾ, ਝੇੜਿਆਂ ਦਾ, ਨਿੱਕੇ ਨਿੱਕੇ ਮਸਲਿਆਂ ਦਾ ਸੁਪਨਾ ਆਇਆ। ਮੈਨੂੰ ਆਪਦੇ ਯਾਰਾਂ ਦੋਸਤਾਂ ਦਾ ਸੁਪਨਾ ਆਇਆ। ਮੈਨੂੰ ਆਪਦੇ ਖੇਤ ਦਾ ਸੁਪਨਾ ਆਇਆ। ਮੈਨੂੰ ਟਾਹਲੀ ਵਾਲੇ ਕਿਆਰੇ ਦਾ ਚੇਤਾ ਆਇਆ। ਵਾਹ ਵਾਹ। ਮੈਨੂੰ ਖਾਲ ਦੇ ਵਿੱਚ ਜਦੋਂ ਅਸੀਂ ਕਿਸ਼ਤੀਆਂ ਭਜਾਉਂਦੇ ਹੁੰਦੇ ਸੀ, ਕਿਸ਼ਤੀਆਂ ਛੱਡਦੇ ਹੁੰਦੇ ਸੀ, ਉਹ ਸੁਪਨਾ ਆਇਆ। ਹਾਂ ਮੈਨੂੰ ਸੁਪਨਾ ਆਇਆ ਵੀ ਅਸੀਂ ਗੱਡੇ ਦੇ ਉੱਤੇ ਪੱਠੇ ਲੈਣ ਚੱਲੇ ਆ। ਮੈਨੂੰ ਸੁਪਨਾ ਆਇਆ ਵੀ ਅਸੀਂ ਖੇਤ ਦੇ ਵਿੱਚ ਸੁਹਾਗਾ ਫੇਰ ਰਹੇ ਵਾਹ। ਆ। ਮੈਨੂੰ ਸੁਪਨਾ ਆਇਆ ਵੀ ਟੱਲੀਆਂ ਵਜਾਉਂਦੇ ਸਾਈਕਲ ਤੇ ਜਾ ਰਹੇ ਆ। ਆਏ ਹਾਏ ਮੈਨੂੰ ਹਾਏ। ਸੁਪਨਾ ਆਇਆ ਵੀ ਮਗਰਲੀ ਕਾਠੀ ਦੇ ਉੱਤੇ ਸੀਟ ਦੇ ਉੱਤੇ ਮੇਰੀ ਬੇਬੇ ਬੈਠੀ ਆ। ਹਾਂ ਮੈਨੂੰ ਸੁਪਨਾ ਆਇਆ ਵੀ ਮੈਂ ਤੇ ਮੇਰੀ ਭੈਣ ਲਾਡੀਆਂ ਬਾਡੀਆਂ ਕਰ ਰਹੇ ਸੀ, ਲੜਾਈ ਮੁੱਕੇ ਮਾਕੇ ਮਾਰਦੇ ਆ। ਹਾਂ। ਸੋ ਆਹ ਸੁਪਨੇ ਜਿਹੜੇ ਉਹ ਤੁਹਾਡੀ ਜ਼ਿੰਦਗੀ ਦੀ ਵਿਰਾਸਤ ਆ। ਬਿਲਕੁਲ ਪੈਸੇ ਕਮਾਉਣ ਲਈ ਕਿਤੇ ਵੀ ਜਾਂਦੇ ਆ, ਉਹਨਾਂ ਥਾਵਾਂ ਨੂੰ ਵੀ, ਉਹਨਾਂ ਧਰਤੀ ਨੂੰ ਵੀ ਸਲਾਮ ਆ, ਬਿਲਕੁਲ। ਕਿਉਂਕਿ ਉਹ ਸਾਨੂੰ ਕਰਮ ਦਿੰਦੀ ਆ। ਹਾਂ ਉਹ ਸਾਡੀ ਕਰਮ ਭੂਮੀ ਆ। ਉਹ ਧਰਤੀ ਸਾਨੂੰ ਬਾਹਾਂ ਖਿਲਾਰ ਕੇ ਜੀ ਆਇਆਂ ਨੂੰ ਕਹਿੰਦੀ ਹੈ ਤੇ ਇੱਕਦਮ ਜਿਵੇਂ ਮਾਂ ਬੱਚੇ ਨੂੰ ਪਿਆਰ ਦਿੰਦੀ, ਉਹ ਧਰਤੀ ਵੀ ਸਾਡੀ ਮਾਂ ਆ, ਮੈਨੂੰ ਸਾਨੂੰ ਮੇਰੇ ਪਿਆਰ ਕੁਝ ਦਿੰਦੀ। ਸੱਜਣਾਂ ਨੇ ਪੁੱਛਿਆ, ਕਹਿੰਦੇ ਵੀ ਟਹਿਣਾ ਪਿੰਡ ਕਿਦਾਂ ਦਾ ਲੱਗਦਾ? ਹਾਂ ਮੈਂ ਕਿਹਾ ਟੋਰਾਂਟੋ ਵਰਗਾ। ਵਾਹ ਵਾਹ, ਮੇਰਾ ਪਿੰਡ ਟੋਰਾਂਟੋ ਤੋਂ ਵੀ ਸੋਹਣਾ ਕੀ ਬਾਤ ਹੈ। ਰਹੂਗਾ ਵੀ। ਹਾਂ ਮੇਰੇ ਪਿੰਡ ਵਿੱਚ ਰੱਬ ਵਸਦਾ, ਹਾਂ। ਉਹ ਆ ਕੇ ਅੱਖੀ ਵੇਖ ਲੈ। ਬਿਲਕੁਲ ਸਹੀ। ਕੀ ਬਾਤ ਹੈ। ਸਾਰੇ ਪਿੰਡ ਜ਼ਿੰਦਾਬਾਦ ਨੇ। ਪਰ ਟਾਣਾ ਸਾਹਿਬ ਅੱਜ ਇੱਕ ਪਿੰਡ ਜਿਹਦੀ ਮੈਂ ਗੱਲ ਕਰਨ ਲੱਗੀ ਹਾਂ, ਉਹ ਇਸ ਲਈ ਕਰਨ ਲੱਗੀ ਹਾਂ ਕਿ ਇਸ ਪਿੰਡ ਨੇ ਤਾਂ ਵਾਕਈ ਵਾਹ ਵਾਹ ਕਰਾ ਦਿੱਤੀ ਪੂਰੀ ਦੁਨੀਆ ਦੇ ਵਿੱਚ। ਇਹ ਪਿੰਡ ਜਿਹੜਾ ਹੈ ਇਹ ਫਾਜ਼ਿਲਕਾ ਦਾ ਡੰਗਰ ਖੇੜਾ ਪਿੰਡ ਹੈ। ਇਸ ਪਿੰਡ ਦੇ ਵਿੱਚ ਨੌਜਵਾਨੀ ਨੂੰ ਨਸ਼ੇ ਤੋਂ ਰੋਕਣ ਦੇ ਲਈ, ਨਸ਼ਿਆਂ ਵੱਲ ਉਹਨਾਂ ਦਾ ਧਿਆਨ ਨਾ ਜਾਵੇ, ਉਸ ਤੋਂ ਰੋਕਣ ਦੇ ਲਈ ਇੱਥੇ ਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੇ ਇੰਨੀ ਸੋਹਣੀ ਇੱਕ ਪਹਿਲ ਕੀਤੀ ਕਿ ਅੱਜ ਬੱਲੇ ਬੱਲੇ ਹੋ ਗਈ। ਉਹਨਾਂ ਨੇ ਨਾ ਮੁਫਤ ਦੇ ਵਿੱਚ ਸਕੂਲ ਆਪਣੇ ਜਿੰਨੇ ਕਹਿ ਲਓ 5000 ਦੀ ਆਬਾਦੀ ਹੈ ਇਸ ਪਿੰਡ ਦੀ। 5000 ਦੇ ਕਰੀਬ ਵੋਟ ਆ ਇਸ ਪਿੰਡ ਦੀ ਜੀ। ਔਰ ਉਹਦੇ ਵਿੱਚੋਂ ਮਤਲਬ ਕਿ ਬੱਚੇ ਜਿਹੜੇ ਨੇ ਸਹੀ ਰਾਹ ਦੇ ਉੱਪਰ ਚੱਲਣ, ਇਸ ਲਈ ਉਹਨਾਂ ਨੇ ਨਾ ਜਿੰਨੇ ਕੁ ਲੋਕ ਪੜ੍ਹੇ ਲਿਖੇ ਸੀ ਉੱਥੋਂ ਦੇ, ਉਹਨਾਂ ਨੇ ਮੁਫਤ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਤੇ ਉਹਦਾ ਨਤੀਜਾ ਅੱਜ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਇਸ ਪਿੰਡ ਦੇ ਵਿੱਚ 400 ਤੋਂ ਵੱਧ ਸਰਕਾਰੀ ਕਰਮਚਾਰੀ ਰਹਿੰਦੇ ਨੇ। ਬਹੁਤ ਖੂਬ, ਬਹੁਤ ਖੂਬ ਜੀ। ਔਰ ਇਹਨਾਂ ਦੇ ਵਿੱਚੋਂ ਤੁਸੀਂ ਇਹ ਵੇਖੋ ਕਿ 7 PhD ਵਾਲੇ ਨੇ ਜਿਨ੍ਹਾਂ ਨੇ PhD ਕੀਤੀ ਹੋਈ ਹੈ, ਜਿਨ੍ਹਾਂ ਚੋਂ 2 ਭੈਣਾਂ ਉਹ 골ਡ ਮੈਡਲਿਸਟ ਨੇ। ਬਹੁਤ ਖੂਬ। ਔਰ ਉਸ ਤੋਂ ਬਾਅਦ 7 MBBS ਵਾਲੇ ਨੇ ਜਿਨ੍ਹਾਂ ਨੇ MBBS ਕਰ ਲਈ। ਔਰ ਤੁਸੀਂ ਇਹ ਵੇਖੋ ਕਿ ਇਸ ਪਿੰਡ ਦੀ ਅੱਜ ਸਾਰੇ ਪਾਸੇ ਬੱਲੇ ਬੱਲੇ ਹੋ ਰਹੀ ਹੈ ਕਿ ਪਿੰਡ ਬਹੁਤ ਸੋਹਣੇ ਰਾਹ ਦੇ ਉੱਪਰ ਚੱਲ ਤੇ ਰਿਹਾ। ਅਗਲੀ ਗੱਲ ਹੋਰ ਦੱਸਦਾ ਵੀ ਇਹ ਸਾਰਾ ਕੁਝ ਕਿਵੇਂ ਹੋਇਆ। ਇੱਕ ਵੇਲਾ ਸੀ ਜਦੋਂ ਇਸ ਪਿੰਡ ਦੇ ਨਾਂ ਦੇ ਉੱਤੇ ਮੌਜੂ ਉਡਾਉਂਦੇ ਸੀ ਲੋਕ ਹਾਂਜੀ। ਵੀ ਯਾਰ ਤੇਰਾ ਪਿੰਡ ਕਿਹੜਾ, ਤੇਰਾ ਪਿੰਡ ਕਿਹੜਾ। ਸਾਨੂੰ ਆਦਤ ਆ ਨਾ ਮੌਜੂਦਾ ਉਡਾਉਣ ਦੀ, ਮਜ਼ਾਕ ਜਿਹਾ ਕਰਨ ਦੀ, ਹੋਛੀ ਜੀ ਗੱਲ ਕਰਨ ਦੀ। ਕਿਸੇ ਵੇਲੇ ਆਹ ਗੱਲ ਕਰਦੇ ਸੀ, ਪਰ ਅੱਜ ਇਹ ਪਿੰਡ ਅਧਿਆਪਕਾਂ ਦੇ ਪਿੰਡ ਦੇ ਤੌਰ ਤੇ ਜਾਣਿਆ ਜਾਂਦਾ। ਬਿਲਕੁਲ। ਮਾਸਟਰ ਮਾਸਟਰਨੀਆਂ ਦੇ ਪਿੰਡ ਦੇ ਤੌਰ ਤੇ ਜਾਣਿਆ ਜਾਂਦਾ। ਤੇ ਇਹ ਸਾਰਾ ਕੁਝ ਸੰਭਵ ਕਿਉਂ ਹੋਇਆ? ਕਿਉਂਕਿ ਜਿਹੜੇ ਪਿੰਡ ਦੇ ਵਿੱਚ ਸਰਦੇ ਪੁੱਜਦੇ ਜਾਂ ਪੜ੍ਹੇ ਲਿਖੇ ਲੋਕ ਆ, ਉਹਨਾਂ ਨੇ ਅੱਗੇ ਲੋੜਵੰਦ 5 ਲੋਕਾਂ ਦੀ ਜ਼ਿੰਮੇਵਾਰੀ ਚੱਕ ਲਈ। ਹਾਂਜੀ। ਮੰਨ ਲਓ ਵੀ ਤੁਸੀਂ ਪਿੰਡ ਦੇ ਵਸਨੀਕ ਆ, ਤੁਹਾਡੇ ਕੋਲੇ ਸਰਕਾਰੀ ਨੌਕਰੀ ਆ, ਤੁਹਾਡੀ ਰੋਟੀ ਸਹੀ ਪੱਕਦੀ ਆ, ਤੁਹਾਡੇ ਕੋਲੇ ਸਮਾਂ ਵੀ ਹੈਗਾ, ਤੁਸੀਂ ਅੱਗੇ 5 ਜਣਿਆਂ ਦੀ ਜ਼ਿੰਮੇਵਾਰੀ ਚੱਕ ਲਈ ਵੀ ਇਹਨਾਂ ਨੂੰ ਮੈਂ ਪੜ੍ਹਾਉਂ, ਮੁਫਤ ਦੇ ਵਿੱਚ ਪੜ੍ਹਾਉਂ। ਮੇਰੀ ਜਿੰਨੀ ਵੀ ਪੂੰਜੀ ਆ ਉਹਦੇ ਵਿੱਚੋਂ ਜਿੰਨਾ ਸੰਭਵ ਹੋਇਆ ਉਹ ਮੈਂ ਇਹਨਾਂ ਦੇ ਉੱਤੇ ਲਾऊं। 5 ਜਣੇ ਇਹਨਾਂ ਨੇ ਤਿਆਰ ਕਰਤੇ, 5 ਕਿਸੇ ਹੋਰ ਨੇ ਕਰਤੇ ਤੇ ਅੱਜ ਇਸ ਪਿੰਡ ਵਰਗਾ ਪਿੰਡ ਹਰ ਕੋਈ ਬਣੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਬਿਲਕੁਲ ਸਹੀ ਇਸ ਹੈ। ਪਿੰਡ ਦੀ ਪੰਚਾਇਤ ਨੂੰ, ਸੂਝਵਾਨ ਸੱਜਣਾ ਨੂੰ, ਭੈਣਾਂ ਵੀਰਾਂ ਨੂੰ, ਕਲੱਬਾਂ ਨੂੰ ਜਾਂ ਜਿੰਨੀਆਂ ਵੀ ਕਮੇਟੀਆਂ, ਉਹਨਾਂ ਸਾਰਿਆਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਬਿਲਕੁਲ ਸਹੀ ਹੈ। ਔਰ ਸਭ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਟਾਣਾ ਸਾਹਿਬ ਕਿ 400 ਤੋਂ ਵੱਧ ਜਿਹੜੇ ਸਰਕਾਰੀ ਕਰਮਚਾਰੀ ਨੇ ਉਹਨਾਂ ਚੋਂ 65% ਦੀ ਔਰਤਾਂ ਨੇ। ਬਹੁਤ ਹੋ ਕਮਾਲ ਦੇ ਲੋਕ ਨੇ ਇਹ। ਔਰ ਇਹੋ ਜਿਹੇ ਪਿੰਡਾਂ ਤੋਂ, ਇਹੋ ਜਿਹੇ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਨੇ ਬਹੁਤ ਸੋਹਣੇ ਕੰਮ ਕੀਤੇ ਨੇ। ਇਹੋ ਜਿਹੇ ਪਿੰਡਾਂ ਤੋਂ ਮੈਨੂੰ ਲੱਗਦਾ ਕਿ ਹਰ ਇੱਕ ਪਿੰਡ ਨੂੰ, ਹਰ ਇੱਕ ਨੌਜਵਾਨ ਨੂੰ ਕੁਝ ਨਾ ਕੁਝ ਜ਼ਰੂਰ ਸਿੱਖਣਾ ਤੇ ਚਾਹੀਦਾ। ਮੇਰੀ ਇੱਕ ਬੇਨਤੀ ਆ ਵੀ ਜੇਕਰ ਕਿਸੇ ਵੀ ਪਿੰਡ ਦਾ ਕੋਈ ਵੀ ਵਸਨੀਕ ਆ, ਸਾਡੇ ਲਈ ਸਤਿਕਾਰਯੋਗ ਆ, ਜੀ। ਜੇਕਰ ਉਹਨਾਂ ਦੇ ਕੋਲੇ ਸਮਾਂ ਨਾ, ਤੇ ਜਿਵੇਂ ਬਾਹਰਲੇ ਮੁਲਕਾਂ 'ਚ ਕਹਿੰਦੇ ਜਿਵੇਂ ਵਲੰਟਰੀ ਕੰਮ ਕਰਦਾ, ਹਾਂ ਇਹ ਉੱਥੇ ਸ਼ਬਦ ਪ੍ਰਚਲਿਤ ਆ ਜੀ। ਵਲੰਟਰੀ, ਵੀ ਮੈਂ ਸਵੈ ਸੇਵੀ ਤੌਰ ਦੇ ਉੱਤੇ, ਸਮਾਜ ਸੇਵੀ ਤੌਰ ਦੇ ਉੱਤੇ ਆਪਣੀ ਲੈਣਾ ਮਰਜ਼ੀ ਨਹੀਂ, ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਸਮਾਜ ਦੇ ਫਲਾਣੇ ਕੰਮ ਦੇ ਲਈ, ਮੈਂ ਉਸ ਕਿੱਤੇ ਦੇ ਲਈ ਬਿਨਾਂ ਪੈਸੇ ਤੋਂ ਕੰਮ ਕਰਨਾ। ਉਹਦੇ ਵਾਂਗੂ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਕਰਦੇ ਵੀ ਆ, ਪਰ ਜੇਕਰ ਤੁਹਾਡੇ ਕੋਲੇ ਸਮਾਂ ਹੈ ਤਾਂ ਤੁਸੀਂ ਕਿਸੇ ਦੇ ਲਈ ਦੁੱਖ ਸੁੱਖ ਦੇ ਵਿੱਚ ਕੰਮ ਆਓ। ਬਿਲਕੁਲ। ਤੁਹਾਡੇ ਕੋਲੇ ਸਮਾਂ ਹੈ,
ਤੁਸੀਂ ਪਿੰਡ ਦੇ ਵਿੱਚੋਂ ਗੰਦ ਚੁੱਕਣਾ ਸ਼ੁਰੂ ਕਰ ਦਿਓ। ਤੁਹਾਡੇ ਕੋਲੇ ਸਮਾਂ ਹੈ, ਤੁਸੀਂ ਆਲੇ ਦੁਆਲੇ ਜਿਹੜਾ ਘਾਹ ਫੂਸ ਆ, ਜਿਵੇਂ ਕਿ ਭੰਗ ਵਾਲੇ ਬੂਟੇ ਬਹੁਤ ਹੋਏ ਵੇ ਆ ਪਿੰਡਾਂ ਦੇ ਵਿੱਚ, ਇਹਨਾਂ ਨੂੰ ਪਰੇ ਕਰੋ। ਤੁਹਾਡੇ ਕੋਲੇ ਸਮਾਂ ਹੈ ਤਾਂ ਕਈ ਮੂਰਖ ਮੱਤਿਆਂ ਨੇ ਸੜਕ ਦੇ ਉੱਤੇ ਰੂੜੀਆਂ ਲਾਈਆਂ, ਉਹਨਾਂ ਨੂੰ ਪਰੇ ਕਰਨ ਦਾ ਕੰਮ ਕਰੀਏ। ਸੋ ਇਹ ਕੰਮ ਕਰਨਾ ਪਊਗਾ। ਜੇ ਆਪਾਂ ਇਹੀ ਗੱਲ ਕਰੀਏ ਵੀ ਨਾ ਜੈਲੇ ਨੇ ਲਾਈ ਆਪੇ ਚੱਕੇ, ਐ ਨਹੀਂ ਗੱਲ ਬਣੂਗੀ। ਉਹਨੇ ਤਾਂ ਲਾਉਣੀ ਨਹੀਂ ਸੀ ਜੇ ਉਹਨੂੰ ਅਕਲ ਹੁੰਦੀ। ਏਕਾ ਦਿਖਾਉਣਾ ਪਊਗਾ। ਹਾਂ ਬਿਲਕੁਲ। ਜੱਜ ਦਾ ਵਿਚਾਰ। ਹਰਮਨ ਜੀ ਦੇਖੋ, ਗੱਲ ਇਹ ਆ ਵੀ ਕਈ ਵਾਰ ਨਾ ਇਹੋ ਜਿਹੀਆਂ ਖਬਰਾਂ ਆਉਂਦੀਆਂ ਜੀ ਜਿਨ੍ਹਾਂ ਦੇ ਉੱਤੇ ਦੁੱਖ ਵੀ ਹੁੰਦਾ ਤੇ ਹੈਰਾਨਗੀ ਵੀ ਹੁੰਦੀ ਹੈ। ਦੁੱਖ ਇਸ ਕਰਕੇ ਹੁੰਦਾ ਵੀ ਯਾਰ ਬੰਦਾ ਬੰਦੇ ਨੂੰ ਇਸ ਤਰੀਕੇ ਦੇ ਨਾਲ ਵੀ ਜੀ ਵਰਤਦਾ, ਤੇ ਹੈਰਾਨੀ ਇਸ ਕਰਕੇ ਹੁੰਦੀ ਵੀ ਯਾਰ ਇਹ ਪੰਜਾਬ ਦੇ ਵਿੱਚ ਵੀ ਐ ਹੁੰਦਾ। ਸੋ ਜਿਹੜੀ ਖਬਰ ਆਈ ਆ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚੋਂ, ਚਲੋ ਅਸੀਂ ਪਿੰਡ ਦਾ ਨਾਂ ਨਹੀਂ ਲੈਂਦੇਗੇ, ਉਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋਈ ਆ ਜੀ। ਉੱਥੇ ਇੱਕ ਪਰਿਵਾਰ ਆ ਜਿਹੜਾ ਉਹ ਇੱਕ ਮੰਦਬੁੱਧੀ ਦੇ ਕੋਲੋਂ ਕਿਵੇਂ ਕੰਮ ਲੈ ਰਿਹਾ, ਇਹਦਾ ਵੇਰਵਾ ਸਾਹਮਣੇ ਆਇਆ। ਇੱਕ ਬੰਦੇ ਨੇ ਵੀਡੀਓ ਪਾ ਕੇ ਤੇ ਇਹ ਮਾਮਲਾ ਨਸ਼ਰ ਕੀਤਾ। ਇਹਦੇ ਵਿੱਚ ਨਾ ਇੱਕ ਜਿਹੜਾ ਬਲਦ ਗੱਡਾ, ਉਹਦੇ ਮੂਹਰੇ ਇੱਕ ਮੰਦਬੁੱਧੀ ਨੂੰ ਜੋੜਿਆ ਹੋਇਆ, ਇੱਕ ਮੁੰਡੇ ਨੂੰ ਜੋੜਿਆ ਹੋਇਆ ਜਿਹੜਾ ਪਿਛੋਕੜੋ ਦਾ ਯੂਪੀ ਦਾ ਹੈਗਾ। ਉਹ ਬੰਦਾ ਜਿਹੜਾ ਉਹ ਗੱਡੇ ਦੇ ਮੂਹਰੇ ਜੁੜਿਆ ਹੋਇਆ, ਤੇ ਗੱਡਾ ਹੈਗਾ ਜੀ ਪੱਠਿਆਂ ਦਾ ਲੱਦਿਆ ਹੋਇਆ, ਉਹਨਾਂ ਪੱਠਿਆਂ ਦੇ ਉੱਤੇ ਇੱਕ ਬੰਦਾ ਬੈਠਾ ਹੋਇਆ। ਹੁਣ ਇਹ ਨਹੀਂ ਪਤਾ ਵੀ 100 ਮੀਟਰ ਤੱਕ ਉਹ ਖਿੱਚ ਕੇ ਲੈ ਜਾਂਦਾ, ਇਹ ਨਹੀਂ ਪਤਾ 1 ਕਿਲੋਮੀਟਰ ਤੱਕ ਲੈ ਕੇ ਜਾਂਦਾ, ਇਹ ਨਹੀਂ ਪਤਾ 300 ਮੀਟਰ ਤੱਕ ਲੈ ਕੇ ਜਾਂਦਾ। ਪਰ ਯਾਰ ਤੁਸੀਂ ਬਲਦਾਂ ਦੀ ਥਾਂ ਦੇ ਉੱਤੇ ਬੰਦੇ ਨੂੰ ਇਵੇਂ ਜੋੜਦੇ ਆ, ਤੇ ਬੰਦਾ ਬੰਦੇ ਦੇ ਉੱਤੇ ਇਹੋ ਜਿਹਾ ਦੁਰਵਿਹਾਰ ਕਰਦਾ ਤੇ ਇਹੋ ਜਿਹਾ ਜ਼ੁਲਮ ਕਰਦਾ, ਤੇ ਇਹਦਾ ਮਤਲਬ ਇਹ ਆ ਵੀ ਅਸੀਂ ਕਿਹਨੂੰ ਕਹੀਏ ਵੀ ਭਾਈ ਐ ਨਾ ਕਰੋ, ਤੇ ਕਿਹਦੇ ਹੱਕ ਦੇ ਵਿੱਚ ਬੋਲੀਏ ਤੇ ਕਿਹਦੇ ਖਿਲਾਫ ਬੋਲੀਏ। ਸੋ ਇਦਾਂ ਦੀਆਂ ਗੱਲਾਂ ਵੀ ਪੰਜਾਬ ਦੇ ਵਿੱਚ ਹੁੰਦੀਆਂ, ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਹੈ। ਟਾਣਾ ਸਾਹਿਬ ਗੱਲ ਬੜੀ ਕੌੜੀ ਹੈ, ਮਾਫ ਕਰਨਾ ਕਿਸੇ ਨੂੰ ਕੌੜੀ ਲੱਗੇ ਤਾਂ, ਪਰ ਇਹ ਸੱਚੀ ਹੈ। ਉਮਰ ਸਿਆਣਪ ਨਹੀਂ ਦਿੰਦੀ, ਉਮਰ ਮਨੁੱਖਤਾ ਨਹੀਂ ਸਿਖਾਉਂਦੀ, ਉਮਰ ਤੁਹਾਨੂੰ ਅਕਲ ਨਹੀਂ ਦੇ ਸਕਦੀ। ਇਹ ਤੁਹਾਨੂੰ ਆਪ ਹੀ ਸਾਰਾ ਕੁਝ ਸਿੱਖਣਾ ਪੈਂਦਾ ਹੈ, ਸਭ ਕੁਝ ਆਪ ਹੀ ਗ੍ਰਹਿਣ ਕਰਨਾ ਪੈਂਦਾ। ਤੁਸੀਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਧਰਮੀ ਕਹਿ ਸਕਦੇ ਹੋ, ਇਕੱਲੇ ਇਸ ਮੁੱਦੇ ਤੇ ਨਹੀਂ ਮੈਂ ਗੱਲ ਕਰ ਰਹੀ, ਹੋਰ ਵੀ ਬਹੁਤ ਸਾਰੇ ਮੁੱਦੇ, ਬਹੁਤ ਕੁਝ ਵਾਪਰਦਾ ਪੂਰੀ ਦੁਨੀਆ ਦੇ ਵਿੱਚ। ਤੁਸੀਂ ਆਪਣੇ ਆਪ ਨੂੰ ਵੈਸੇ ਇਕੱਲਾ ਧਰਮੀ ਨਹੀਂ ਕਹਿ ਸਕਦੇ ਵੀ ਮੈਂ ਬਹੁਤ ਧਰਮੀ ਆ, ਮੈਂ ਬਹੁਤ ਪਾਠ ਪੂਜਾ ਵਾਲਾ, ਮੈਂ ਬਹੁਤ ਰੱਬ 'ਚ ਵਿਸ਼ਵਾਸ ਰੱਖਣ ਵਾਲਾ। ਜੋ ਤੁਸੀਂ ਕਰ ਰਹੇ ਹੋ ਉਹ ਦਰਸਾਉਂਦਾ ਕਿ ਤੁਸੀਂ ਕਿੰਨੇ ਕੁ ਧਾਰਮਿਕ ਹੋ, ਕਿੰਨਾ ਕੁ ਗੁਰੂਆਂ ਵੱਲੋਂ ਸਿਖਾਏ ਹੋਏ ਰਾਹ ਦੇ ਉੱਪਰ ਤੁਰਦੇ ਹੋ, ਕਿੰਨਾ ਕੁ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਸਮਝਦੇ ਹੋ। ਇਹ ਸਾਰਾ ਕੁਝ ਤੁਹਾਡੇ ਕਰਮਾਂ ਰਾਹੀਂ ਪਤਾ ਲੱਗਦਾ ਹੈ। ਜੇਕਰ ਤੁਸੀਂ ਇੱਕ ਮਨੁੱਖ ਦੀ ਕਦਰ ਹੀ ਨਹੀਂ ਕਰ ਸਕਦੇ, ਕੋਈ ਵੀ ਧਰਮ ਹੋਏ, ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰ ਰਹੀ, ਹਰ ਇੱਕ ਧਰਮ ਮਨੁੱਖਤਾ ਦੀ ਕਦਰ ਸਿਖਾਉਂਦਾ। ਤੁਸੀਂ ਜਿਹੜਾ ਮਰਜ਼ੀ ਧਰਮ ਗ੍ਰੰਥ ਖੋਲ ਕੇ ਵੇਖ ਲਓ, ਉਹਦੇ ਵਿੱਚ ਮਨੁੱਖ ਨੂੰ ਪਿਆਰ ਕਰਨ ਲਈ ਕਿਹਾ ਹੈ, ਮਨੁੱਖਤਾ ਦੀ ਕਦਰ ਕਰਨ ਲਈ ਕਿਹਾ, ਕੁਦਰਤ ਦੀ ਕਦਰ ਕਰਨ ਲਈ ਕਿਹਾ। ਪਰ ਜੇਕਰ ਅਸੀਂ ਇਹ ਸਾਰਾ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਕਿਸੇ ਵੀ ਧਰਮ ਦੇ ਵਿੱਚ ਪਰਪੱਕ ਨਹੀਂ ਆ। ਬਿਲਕੁਲ ਜੀ। ਤੇ ਅਗਲੀ ਗੱਲ ਇਹ ਆ ਵੀ ਜਦੋਂ ਇਹ ਵੀਡੀਓ ਵਾਇਰਲ ਹੋ ਗਈ, ਉਸ ਤੋਂ ਬਾਅਦ ਕੁਝ ਕੁ ਲੋਕ ਆ ਜਿਹੜੇ ਉਹ ਪਰਿਵਾਰ ਦੇ ਕੋਲੇ ਜਾਂਦੇ ਆ ਜੀ। ਉਹ ਕਹਿੰਦੇ ਵੀ ਤੁਸੀਂ ਤਾਂ ਅਣਮਨੁੱਖੀ ਵਿਹਾਰ ਕਰਦੇ ਵੀ ਇਸ ਬੰਦੇ ਦੇ ਨਾਲ ਜਿਹੜਾ ਤੁਸੀਂ ਖੇਤਾਂ ਦੇ ਵਿੱਚ ਲਾਇਆ ਹੋਇਆ। ਉਹ ਟੱਬਰ ਮੁੱਕਰ ਗਿਆ, ਕਹਿੰਦੇ ਅਸੀਂ ਤਾਂ ਇਹ ਕਰਦੇ ਹੀ ਨਹੀਂਗੇ, ਜੀ ਜੀ ਜੀ, ਸਾਡਾ ਤਾਂ ਕੋਈ ਰੌਲਾ ਹੀ ਨਹੀਂਗਾ, ਅਸੀਂ ਤੈਨੂੰ ਸਤਿਕਾਰ ਬਹੁਤ ਦਿੰਦੇ ਆ। ਉਹਨਾਂ ਨੇ ਕੱਢ ਕੇ ਵੀਡੀਓ ਦਿਖਾਤੀ ਵੀ ਆਹ ਦੇਖੋ ਤੁਹਾਡੀ ਵੀਡੀਓ ਆ, ਤੁਹਾਡਾ ਹੀ ਗੱਡਾ, ਤੁਹਾਡਾ ਹੀ ਬੰਦਾ ਉੱਤੇ ਬੈਠਾ, ਇਹੀ ਬੰਦਾ ਮੂਹਰੇ ਜੋੜਿਆ ਹੋਇਆ। ਵੀ ਜਿੱਥੇ ਬਲਦ ਜੋੜਦਾ ਤੁਸੀਂ ਉੱਥੇ ਬੰਦਾ ਜੋੜਿਆ, ਤੇ ਇਹ ਤੁਸੀਂ ਦੇਖੋ ਬੰਦੇ ਦੀ ਕਿਹੜੀ ਕਦਰ ਕਰ ਰਹੇ ਹੋ। ਫਿਰ ਉਸ ਤੋਂ ਬਾਅਦ ਛਾਈ ਮਾਈ ਜੇ ਹੋ ਗਏ, ਉਸ ਤੋਂ ਬਾਅਦ ਚੁੱਪ ਗੜੁੱਪ ਜੇ ਹੋ ਗਏ। ਤੇ ਹੁਣ ਉਹ ਕਹਿੰਦੇ ਵੀ ਚਲੋ ਕੋਈ ਨਹੀਂ, ਇਸ ਮਸਲੇ ਨੂੰ ਨਿਬੇੜੋ, ਜਿਹੜੇ ਇਹਦੇ ਪੈਸੇ ਬਣਦੇ ਆ ਉਹ ਅਸੀਂ ਇਹਨੂੰ ਦੇ ਦਿਆਂਗੇ। ਤੇ ਜਿਹੜਾ ਯੂਪੀ ਦੇ ਵਿੱਚ ਉਸ ਬੰਦੇ ਦਾ ਜਿਹੜਾ ਕਿ ਬਲਦ ਦੀ ਥਾਂ ਤੇ ਜੋੜਿਆ, ਉਹਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤੇ ਉਹ ਹੁਣ ਇਹਨੂੰ ਆ ਕੇ ਲੈ ਜਾਊਗਾ। ਪਤਾ ਨਹੀਂ ਇਹੋ ਜਿਹੀਆਂ ਖਬਰਾਂ ਸਾਂਝੀਆਂ ਕਰਨ ਲੱਗਿਆ ਵੀ ਗੱਚ ਭਰ ਆਉਂਦਾ। ਟਾਣਾ ਸਾਹਿਬ ਬੰਦਾ ਸੋਚ ਨਹੀਂ ਸਕਦਾ ਕਿ ਉਸ ਮਨੁੱਖ ਦੇ ਉੱਪਰ ਕੀ ਬੀਤ ਰਹੀ ਹੋਊਗੀ ਜਿਹਨੂੰ ਤੁਸੀਂ ਬਲਦ ਦੀ ਥਾਂ ਦੇ ਉੱਤੇ ਜੋੜਿਆ ਹੋਇਆ, ਉਹ ਵੀ ਉਸ ਮਨੁੱਖ ਦੇ ਉੱਪਰ ਕੀ ਬੀਤ ਰਹੀ ਹੋਊਗੀ। ਉਹ ਵੀ ਰੱਬ ਦਾ ਬੰਦਾ ਹੈ ਨਾ, ਪਰ ਤੁਹਾਨੂੰ ਕਰਨ ਲੱਗਿਆ ਨਹੀਂ ਆਉਂਦੀ, ਤੁਹਾਨੂੰ ਕਰਨ ਲੱਗਿਆ ਕੋਈ ਤਰਸ ਨਹੀਂ ਆਉਂਦਾ। ਇਸ ਤੋਂ ਪਹਿਲਾਂ ਕਿੰਨੀਆਂ ਖਬਰਾਂ ਆਈਆਂ ਵੀ ਗੁੱਜਰਾਂ ਦੇ ਫਲਾਣੇ ਡੇਰੇ ਦੇ ਵਿੱਚ ਇੱਕ ਬੰਦਾ 25 ਸਾਲ ਤੋਂ ਇਦਾਂ ਬੰਦੂਆ ਮਜ਼ਦੂਰ ਵਾਂਗੂ ਕੰਮ ਕਰ ਰਿਹਾ, ਉਹਨੂੰ ਰੋਟੀ ਦਿੰਦੇ ਆ, ਉਹਦੇ ਜਿਹੜੇ ਪੈਰਾਂ ਦੀਆਂ ਤਲੀਆਂ ਦੇਖੋ, ਉਹਦੇ ਹੱਥ ਦੇਖੋ, ਉਹਦੇ ਨਹੁੰ ਦੇਖੋ, ਉਹਦਾ ਸਿਰ ਦੇਖੋ, ਜਿਹੜਾ ਗੋਹੇ ਦੇ ਬੱਠਲ ਚੱਕ ਚੱਕ ਕੇ ਉਹਦਾ ਬਣਿਆ ਕੀ ਪਿਆ। ਇਹੋ ਜਿਹੇ ਲੋਕ ਵੀ ਪੰਜਾਬ ਦੇ ਵਾਸੀ ਹੈ। ਤੇ ਮੈਂ ਕਹਿੰਦੀ ਹਾਂ ਟਾਣਾ ਸਾਹਿਬ, ਇਹੋ ਜਿਹੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਿ ਵਾਕਈ ਅਸਲ 'ਚ ਸਮਾਜ ਦੀ ਸੇਵਾ ਕਰਦੀਆਂ ਨੇ, ਉਹਨਾਂ ਨੂੰ ਸਲਾਮ ਹੈ ਕਿ ਬਹੁਤ ਵਾਰ ਉਹਨਾਂ ਕਰਕੇ, ਚਾਹੇ ਜਿਹੜੀ ਮਰਜ਼ੀ ਸੰਸਥਾ ਦਾ ਤੁਸੀਂ ਨਾਂ ਲੈ ਲਓ, ਬਹੁਤ ਵਾਰ ਉਹਨਾਂ ਕਰਕੇ ਇਹੋ ਜਿਹੀਆਂ ਵੀਡੀਓਜ਼, ਇਹੋ ਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਕਿ ਨਹੀਂ ਤਾਂ ਕਦੋਂ ਦੀਆਂ ਇੱਦਾਂ ਹੀ ਚੱਲੀਆਂ ਆ ਰਹੀਆਂ ਸੀ। ਔਰ ਉਹ ਲੋਕ ਫਿਰ ਇਹਨਾਂ ਲੋਕਾਂ ਦਾ ਸਾਥ ਦਿੰਦੇ ਨੇ। ਉਹਨਾਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸ਼ਾਬਾਸ਼ ਦੇਣੀ ਬਣਦੀ ਹੈ। ਜੱਜ ਦਾ ਵਿਚਾਰ। ਟਾਣਾ ਸਾਹਿਬ, ਸੰਗੀਤ ਜਗਤ ਦਾ ਇੱਕ ਬਹੁਤ ਵੱਡਾ ਕਾਲਾ ਸੱਚ ਸਾਹਮਣੇ ਆਇਆ। ਬਿਲਕੁਲ ਹਰਮਨ ਜੀ, ਇਹ ਨਾ ਜਿਹੜੀ ਖਬਰ ਆ, ਇਹ ਜਿਹੜੀ ਜਾਣਕਾਰੀ ਹੈ, ਇਹ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਦੀ। ਤੇ ਮੇਰੀ ਸਾਡੇ ਪਰਿਵਾਰਕ ਮੈਂਬਰਾਂ ਨੂੰ, ਸਾਡੇ ਦਰਸ਼ਕਾਂ ਨੂੰ, ਭੈਣਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਹ ਗੱਲ ਬੜੀ ਗੌਰ ਨਾਲ ਸੁਣਿਓ।
ਦੇਖੋ ਸਾਨੂੰ ਪੰਜਾਬੀ ਸੰਗੀਤ ਦੇ ਉੱਤੇ ਮਾਣ ਸੀ, ਹੈ ਤੇ ਰਹੂਗਾ। ਅਸੀਂ ਪੰਜਾਬੀ ਸੰਗੀਤ ਸੁਣਦੇ ਹੀ ਜਵਾਨ ਹੁੰਨੇ ਆ, ਪੰਜਾਬੀ ਸੰਗੀਤ ਸੁਣਦੇ ਹੀ ਬੁੱਢੇ ਹੁੰਨੇ ਆ, ਤੇ ਸਾਡੀ ਮੌਤ ਤੱਕ ਇਹ ਸਾਡਾ ਸਾਥ ਨਿਭਾਉਂਦਾ। ਬਾਕੀ ਵੀ ਜਿਹੜੇ ਜ਼ੁਬਾਨ ਦੇ ਲੋਕ ਸੰਗੀਤ ਨੂੰ ਸੁਣਦੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਵੀ ਚਲੋ ਸਭ ਕੁਝ ਠੀਕ ਆ। ਪਰ ਜਿਹੜੀ ਹੁਣ ਗੱਲ ਸਾਹਮਣੇ ਆਈ ਆ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਰਾਹੀਂ ਜਾਂ ਮਨਕੀਰ ਤੌਲਖ ਦੇ ਰਾਹੀਂ, ਉਹ ਬੜਾ ਕੁਝ ਸੋਚਣ ਵਾਸਤੇ ਮਜਬੂਰ ਕਰਦੀ ਆ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਕੁਝ ਲੋਕਾਂ ਦੇ ਵੱਲੋਂ ਮੇਰੇ ਪੁੱਤ ਨੂੰ ਮਰਵਾਉਣ ਦੇ ਵਿੱਚ ਭੂਮਿਕਾ ਅਦਾ ਕੀਤੀ ਗਈ ਆ। ਉਹ ਪਹਿਲਾਂ ਮਿੱਤਰ ਸੀ ਮੇਰੇ ਪੁੱਤ ਦੇ, ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਵੈਰ ਕਮਾਉਣਾ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਨੇ ਪਹਿਲਾਂ ਸ਼ੋਅ ਬੁੱਕ ਕਰਨੇ ਸ਼ੁਰੂ ਕੀਤੇ, ਗਾਣੇ ਰਿਲੀਜ਼ ਕਰਨੇ ਸੀ, ਪਰ ਜਦੋਂ ਉਹ ਵੱਡਾ ਨਾ ਹੋ ਗਿਆ ਫਿਰ ਈਰਖਾ ਰੱਖਣ ਲੱਗ ਗਏ, ਪੈਸਿਆਂ 'ਚ ਕੁੰਡੀ ਲਾਉਣੀ ਚਾਹੁੰਦੇ ਸੀ। ਸੋ ਆਹ ਗੱਲ ਆ ਗਈ। ਉਧਰੋਂ ਹੁਣ ਮਨਕੀਰਤ ਔਲਖ ਦੀ ਇੱਕ ਮੁਲਾਕਾਤ ਸਾਹਮਣੇ ਆਈ ਆ। ਮਨਕੀਰਤ ਔਲਖ ਦੇ ਬਾਰੇ ਆਪਾਂ ਜਾਣਦੇ ਵੀ ਬੰਬੀਹਾ ਗਰੁੱਪ ਦੇ ਵੱਲੋਂ ਕਈ ਵਾਰ ਧਮਕੀ ਦਿੱਤੀ ਗਈ ਆ। ਉਹ ਕੈਨੇਡਾ ਦੇ ਵੱਲ ਚਲਾ ਗਿਆ, ਪਰ ਉਹਨੇ ਉੱਥੇ ਬੈਠ ਕੇ ਜਿਹੜੀਆਂ ਗੱਲਾਂ ਕਹੀਆਂ, ਉਹ ਕਹਿੰਦਾ ਦੇਖੋ ਵੀ ਸਾਡੇ ਸੰਗੀਤ ਜਗਤ ਦੇ ਵਿੱਚ, ਪੰਜਾਬੀ ਸੰਗੀਤ ਦੇ ਵਿੱਚ ਮਾਫੀਆ ਇਸ ਕਦਰ ਪੈਰ ਪਸਾਰ ਚੁੱਕਿਆ ਵੀ ਤੁਸੀਂ ਕਿਹੜਾ ਖਾੜਾ ਲਾਉਣਾ ਤੇ ਕਿਹੜਾ ਗਾਣਾ ਗਾਉਣਾ, ਇਹ ਵੀ ਗੱਲ ਉਹ ਤੈਅ ਕਰਦੇ ਆ। ਤੇ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਮਨਕੀਰਤ ਔਲਖ ਨੇ ਗੱਲ ਕਹੀ ਆ ਵੀ ਭਾਈ ਜੇਕਰ ਤੁਸੀਂ ਬਣਦੀ ਸਰਦੀ ਕਾਰਵਾਈ ਨਾ ਕੀਤੀ ਇਸ ਮਾਫੀਏ ਦੇ ਖਿਲਾਫ ਤਾਂ ਆਉਂਦੇ ਸਮੇਂ ਦੇ ਵਿੱਚ ਮਾਮਲਾ ਹੋਰ ਵੀ ਗੰਭੀਰ ਹੋ ਜਾਣਾ। ਨਾਲ ਹੀ ਉਹਨੇ ਇਹ ਗੱਲ ਕਹੀ ਆ ਵੀ ਮੇਰਾ ਕਸੂਰ ਕੋਈ ਨਹੀਂ। ਉਹਨੇ ਆਪਦਾ ਪੱਖ ਰੱਖਿਆ। ਅਸੀਂ ਨਹੀਂ ਕਹਿੰਦੇ ਵੀ ਉਹ ਸਾਰੀਆਂ ਗੱਲਾਂ ਸਹੀ ਕਹਿੰਦਾ, ਅਸੀਂ ਨਹੀਂ ਕਹਿੰਦੇ ਉਹ ਗਲਤ ਕਹਿੰਦਾ। ਉਹਨੇ ਪੱਖ ਰੱਖਿਆ, ਕਹਿੰਦਾ ਮੈਂ ਕੈਨੇਡਾ ਦੇ ਵਿੱਚ ਭੱਜ ਕੇ ਨਹੀਂ ਆਇਆ, ਮੈਂ ਤਾਂ ਕਰਕੇ ਆਇਆ ਵੀ ਮੈਂ ਪਿਤਾ ਬਣਨ ਵਾਲਾ ਸੀ। ਅੱਛਾ ਜੀ, ਸਾਡੇ ਬੇਟਾ ਹੋਇਆ ਤੇ ਮੈਂ ਇੱਥੇ ਆਉਣਾ ਹੀ ਸੀ ਜਦੋਂ ਮੇਰਾ ਪਰਿਵਾਰ ਇੱਥੇ ਆ। ਫਿਰ ਉਹਨੇ ਇਹ ਗੱਲ ਕਹੀ ਆ ਵੀ ਮੇਰਾ ਕਿਸੇ ਨੂੰ ਮਰਵਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ। ਕੁਝ ਮੀਡੀਆ ਦੇ ਕਰਕੇ, ਕੁਝ ਕੁ ਹੋਰ ਲੋਕਾਂ ਦੇ ਕਰਕੇ ਇਸ ਗੱਲ ਨੂੰ ਤੂਲ ਦੇ ਦਿੱਤੀ ਗਈ ਆ ਤੇ ਮੇਰਾ ਗਾਉਣ ਨੂੰ ਤੇ ਜ਼ਿੰਦਗੀ ਜਿਉਣ ਨੂੰ ਹੁਣ ਮਨ ਨਹੀਂ ਕਰਦਾ। ਅੱਛਾ ਜੀ, ਹਾਂ ਦੇਖੋ ਟਾਣਾ ਸਾਹਿਬ, ਮੈਂ ਤਾਂ ਇਹ ਕਹਿੰਦੀ ਆ ਕਿ ਜੋ ਵੀ ਸੱਚ ਹੈ, ਚਿੱਟਾ ਸੱਚ ਹੈ, ਉਹ ਸਾਰਿਆਂ ਦੇ ਸਾਹਮਣੇ ਜ਼ਰੂਰ ਆਉਣਾ ਚਾਹੀਦਾ। ਪਰ ਇਹ ਬਹੁਤ ਚਿੰਤਾ ਵਾਲਾ ਵਿਸ਼ਾ ਹੈ, ਇਹ ਬਹੁਤ ਸੋਚਣ ਵਿਚਾਰਨ ਵਾਲਾ ਵਿਸ਼ਾ ਹੈ ਕਿ ਸਾਡੀਆਂ ਖੇਡਾਂ, ਚਾਹੇ ਆਪਾਂ ਕਬੱਡੀ ਦੀ ਗੱਲ ਕਰ ਲਈਏ, ਬਹੁਤ ਵਾਰ ਉਸ ਖੇਡ ਨੂੰ ਲੈ ਕੇ ਵੀ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਕਿਵੇਂ ਖਿਡਾਰੀਆਂ ਨੂੰ ਕਿਹਾ ਜਾਂਦਾ ਵੀ ਕਿੱਥੇ ਰੇਡ ਪਾਉਣੀ ਹੈ, ਕੀ ਜਿੱਤਣਾ ਹੈ, ਕੀ ਹਾਰਨਾ ਹੈ, ਸਾਰਾ ਕੁਝ ਦੱਸਿਆ ਜਾਂਦਾ। ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਜੀ, ਉੱਥੇ ਖੇਡਾਂ ਦੀਆਂ ਖਬਰਾਂ ਦੇ ਲਈ, ਕਵਰੇਜ ਦੇ ਲਈ ਜੀ, ਤੇ ਉਸ ਵਕਤ ਇੱਕ ਪੰਜਾਬ ਦਾ ਚੋਟੀ ਦਾ ਖਿਡਾਰੀ, ਮੈਂ ਅੱਗੇ ਵੀ ਗੱਲ ਸਾਂਝੀ ਕੀਤੀ ਸੀ, ਉਹਨੂੰ ਮੈਂ ਗੱਲ ਕਹੀ, ਮੈਂ ਆਖਿਆ ਵੀ ਮੇਰਾ ਦਿਲ ਕਰਦਾ ਵੀ ਆਪਾਂ ਇੰਟਰਵਿਊ ਕਰਕੇ ਤੁਹਾਡੀ। ਉਹ ਕਹਿੰਦਾ ਮੇਰਾ ਵੀ ਜੀ ਕਰਦਾ ਮੈਂ ਤੁਹਾਡੇ ਨਾਲ ਇੰਟਰਵਿਊ ਕਰਾਂ, ਪਰ ਜੇਕਰ ਮੈਂ ਇੰਟਰਵਿਊ ਕਰ ਲਈ ਤੇ ਵਿੱਚ ਸੱਚ ਬਿਆਨ ਕਰਤਾ ਤਾਂ ਦਿੱਲੀ ਦੇ 에ਅਰਪੋਰਟ ਤੇ ਮੈਨੂੰ ਉੱਤਰ ਨਹੀਂ ਦੇਣਾ, ਮੇਰੇ ਜਾਣ ਤੋਂ ਪਹਿਲਾਂ ਮੇਰੇ ਟੱਬਰ ਦਾ ਕੋਈ ਨਾ ਕੋਈ ਨੁਕਸਾਨ ਕਰ ਦੇਣਾ। ਮੈਂ ਕਿਹਾ ਕਿੰਨਾ ਨਹੀਂ? ਉਹ ਕਹਿੰਦਾ ਤੁਹਾਨੂੰ ਵੀ ਪਤਾ ਹੀ ਹੈ ਤੇ ਮੈਨੂੰ ਵੀ ਪਤਾ ਹੀ ਹੈ, ਤੁਸੀਂ ਮੇਰੇ ਮੂੰਹ ਦੇ ਵਿੱਚੋਂ ਗੱਲਾਂ ਨਾ ਕਢਵਾਓ। ਸੋ ਅੱਜ ਪੰਜਾਬ ਦੇ ਵਿੱਚ ਕਬੱਡੀ ਖਿਡਾਰੀਆਂ ਦੇ ਉੱਤੇ ਕਿਹੋ ਜਿਹਾ ਦੌਰ ਚੱਲਦਾ, ਵਪਾਰੀਆਂ ਦੇ ਉੱਤੇ ਕਿਹੋ ਜਿਹਾ ਦੌਰ ਚੱਲਦਾ, ਗਵਾਈਆਂ ਦੇ ਉੱਤੇ ਕਿਹੋ ਜਿਹਾ ਦੌਰ ਚੱਲ ਰਿਹਾ। ਸੋ ਇਹਦੇ ਵੱਲ ਖਿਆਲ ਕਰਨ ਦੀ ਲੋੜ ਆ। ਜੇਕਰ ਅਸੀਂ ਮਾਂ ਖੇਡ ਕਬੱਡੀ ਵੀ ਮੁਕਾ ਲਈ, ਅਸੀਂ ਗਾਇਕੀ ਵੀ ਮੁਕਾ ਲਈ, ਸਾਡੇ ਪੱਲੇ ਕੀ ਰਹਿ ਜਾਊਗਾ ਫਿਰ? ਬਿਲਕੁਲ ਸਹੀ ਹੈ। ਮਨਕੀਰਤ ਔਲਖ ਨੇ ਇੱਕ ਪੱਖ ਹੋਰ ਰੱਖਿਆ। ਉਹ ਕਹਿੰਦਾ ਦੇਖੋ ਗੱਲ ਇਹ ਹੈ ਜੀ ਕਿ ਮੈਂ ਲਾਰੈਂਸ ਬਿਸ਼ਨੋਈ ਦੇ ਨਾਲ ਪੜ੍ਹਦਾ ਸੀ, ਜਿਹੜੀ ਥਾਂ ਤੇ ਮੈਂ ਪੜ੍ਹਦਾ ਸੀ ਉਹ ਵੀ ਪੜ੍ਹਦਾ ਸੀ। ਉਦੋਂ ਉਹਦੇ ਉੱਤੇ ਕੋਈ ਗੰਭੀਰ ਪਰਚੇ ਨਹੀਂ ਸੀ ਦਰਜ। ਉਸ ਤੋਂ ਬਾਅਦ ਉਹਦੇ ਤੇ ਪਰਚੇ ਦਰਜ ਹੋਏ। ਪਹਿਲਾਂ ਮੇਰਾ ਆੜੀ ਸੀ, ਉਸ ਤੋਂ ਬਾਅਦ ਬੜੇ ਪਰਚੇ ਦਰਜ ਹੋਏ ਆ, ਪਰ ਹਰ ਗੱਲ ਦੇ ਵਿੱਚ ਮੇਰਾ ਵਿੱਚ ਦਖਲ ਨਹੀਂ ਜ਼ਰੂਰੀ। ਉਹਨੇ ਕਿਹਾ ਜੀ ਕਿ ਮੈਨੂੰ ਕਿੰਨੀਆਂ ਧਮਕੀਆਂ ਮਿਲੀਆਂ ਤੇ ਮੈਂ ਕਿੰਨੀ ਦੇਰ ਤੋਂ ਇਹ ਸਾਰਾ ਕੁਝ ਸਹਿ ਰਿਹਾ, ਕਿਸੇ ਨੂੰ ਥੋੜੀ ਇਸ ਗੱਲ ਦਾ ਪਤਾ। ਉਹ ਕਹਿੰਦਾ ਜੀ ਲੋਕ ਤਾਂ ਤਮਾਸ਼ਾ ਵੇਖਦੇ ਆ। ਸੋ ਅਸੀਂ ਨਹੀਂ ਇਹ ਗੱਲ ਕਹਿੰਦੇ ਕਿ ਮਨਕੀਰਤ ਦੀਆਂ ਸਾਰੀਆਂ ਗੱਲਾਂ ਸਹੀ ਆ ਜਾਂ ਗਲਤ ਆ, ਪਰ ਇਸ ਗੱਲ ਦਾ ਨਿਚੋੜ ਇਹ ਨਿਕਲਦਾ ਵੀ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਕਈ ਲੋਕ ਕਾਲੀਆਂ ਭੇਡਾਂ ਵਰਗੇ ਕਿਵੇਂ ਬਣ ਗਏ ਆ ਵੀ ਜਿਹੜੇ ਕਿ ਬੰਦੇ ਮਰਵਾਉਣ ਦੇ ਵਿੱਚ ਵੀ ਯੋਗਦਾਨ ਪਾਉਂਦੇ ਆ, ਕਿਸੇ ਦਾ ਪੈਰ ਦੱਬਣ 'ਚ ਯੋਗਦਾਨ ਪਾਉਂਦੇ ਆ। ਜਿਵੇਂ ਕਿ ਅਸੀਂ ਵੇਖਦੇ ਹਾਂ ਰਾਜਨੀਤਿਕ ਲੋਕ ਸਾਰੇ ਚੰਗੇ ਨਹੀਂ, ਪੱਤਰਕਾਰ ਵੀ ਸਾਰੇ ਚੰਗੇ ਨਹੀਂ, ਡਾਕਟਰ ਵੀ ਸਾਰੇ ਚੰਗੇ ਨਹੀਂ, ਉਵੇਂ ਸਾਰੇ ਕਲਾਕਾਰ ਵੀ ਨਹੀਂ ਚੰਗੇ। ਅਸੀਂ ਧੜਿਆਂ 'ਚ ਵੰਡੇ ਜਾਂਦੇ ਆ, ਆਹ ਮੇਰਾ ਪਸੰਦੀਦਾ, ਇਹਦੀ ਖਾਤਰ ਇਹਨੂੰ ਗਾਲਾਂ ਕੱਢਦੇ ਆ, ਇਹਦੀ ਖਾਤਰ ਇਹਨੂੰ ਗਾਲਾਂ ਕੱਢਦੇ ਆ, ਤੇ ਅਖੀਰ ਦੇ ਉੱਤੇ ਪਤਾ ਲੱਗਦਾ ਵੀ ਇਹਦੀਆਂ ਤਾਂ ਕਰਤੂਤਾਂ ਆਹ, ਇਹਦਾ ਕੰਮ ਤਾਂ ਆਹ। ਸੋ ਗਵਈਆਂ ਨੂੰ ਗਵਈਏ ਹੀ ਰਹਿਣ ਦਿਓ, ਰੱਬ ਨਾ ਬਣਾਓ, ਤੇ ਪਤਾ ਨਹੀਂ ਕੱਲ ਨੂੰ ਇਸ ਸੰਗੀਤ ਜਗਤ ਦੇ ਵਿੱਚੋਂ ਕੀ ਨਵੀਂ ਖਬਰ ਆ ਜੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਜੀ। ਟਹਿਣਾ ਸਾਹਿਬ, ਨੱਪੀ ਆਉਣੇ ਹੋ ਕਿੱਲੀ, ਅੱਜ ਕੀ ਹੋਇਆ? ਮੰਨਿਆ 1600 ਕਿਸ਼ਤਾਂ ਹੋ ਗਈਆਂ, ਹਾਂ, ਪਰ ਇਹਦਾ ਮਤਲਬ ਇਹ ਥੋੜੀ ਵੀ ਬ੍ਰੇਕ ਤੇ ਪੈਰ ਹੀ ਨਹੀਂ ਰੱਖਣਾ ਆਪਾਂ। ਨਹੀਂ ਬ੍ਰੇਕ ਤੇ ਪੈਰ ਕਿਉਂ ਰੱਖਾਂ, 40 ਮਿੰਟ ਬਾਅਦ ਰੱਖੂੰ। ਇਹ ਖਬਰ ਦੀ ਖਬਰ ਨਹੀਂ ਹੈ, ਇੱਥੇ ਮੈਂ ਵੀ ਬੈਠੀ ਹਾਂ, ਉਹ ਬਾਈਆਂ ਦਾ। ਹਾਂ, ਇੱਥੇ ਬਰਾਬਰ ਦਾ ਮੌਕਾ ਮਿਲੂਗਾ ਟਹਿਣਾ ਸਾਹਿਬ। ਬਿਲਕੁਲ ਠੀਕ ਆ। ਹਾਂ, ਨਹੀਂ ਚਲੋ ਹਾਸਾ ਖੇਡਾ ਇੱਕ ਪਾਸੇ ਰਿਹਾ, ਹੁਣ ਆਪਾਂ ਥੋੜੀ ਜਿਹੀ ਕਲੇਸ਼ ਦੀ ਗੱਲ ਕਰ ਲਈਏ। ਨਹੀਂ ਕਲੇਸ਼ ਦੀ ਗੱਲ ਨਾ ਕਰੋ। ਜਦੋਂ ਵੀ ਕੋਈ ਬੰਦਾ ਲੜਦਾ ਹੋਵੇ ਕਿਸੇ ਨਾਲ, ਬੰਦਾ ਸਮਝਦਾ ਤੂੰ ਕਾਂਗਰਸ ਤੋਂ ਆ। ਕਲੇਸ਼ ਦੀ ਗੱਲ ਕਰ ਰਹੀ ਸੀ, ਤਾਂ ਹੀ ਮੈਂ ਤੁਹਾਡੇ ਨਾਲ ਕਲੇਸ਼ ਪਾ ਲਿਆ ਸੀ ਸ਼ੁਰੂਆਤ ਦੇ ਵਿੱਚ, ਪਰ ਗੱਲ ਇਹ ਹੈ ਵੀ ਸੱਚੀ ਕਾਂਗਰਸ ਦੀ ਗੱਲ ਕਰਨੀ ਹੈ। ਹਾਂ, ਕਾਂਗਰਸ 'ਚ ਤਾਂ ਕਲੇਸ਼ ਹੀ ਵਧੀ ਜਾਂਦਾ ਟਹਿਣਾ ਸਾਹਿਬ। ਮੈਂ ਤਾਂ ਪਹਿਲਾਂ ਕਹਿ ਕੇ ਹਟਿਆ
ਵੀ ਕਾਂਗਰਸ ਤੇ ਕਲੇਸ਼ ਇੱਕ ਦੂਜੇ ਦੇ ਪੂਰਕ ਹੋ ਗਏ ਆ। ਕੱਕੇ ਤੋਂ ਕਾਂਗਰਸ, ਕੱਕੇ ਤੋਂ ਕਲੇਸ਼। ਕਾਂਗਰਸ ਦੇ 18 ਵਿਧਾਇਕ ਆ, 18 ਦੇ ਵਿੱਚ 4 ਧੜੇ ਬਣੇ ਪਏ ਆ। ਹਾਂਜੀ, ਮੈਂ ਹੈਰਾਨ ਹੁੰਨਾ ਇਸ ਗੱਲ ਦੇ ਉੱਤੇ ਵੀ ਕੌਣ ਕਿਹਨੂੰ ਕਦੋਂ ਕਿਹੜੀ ਗੱਲ ਕਹਿ ਜੇ, ਪਤਾ ਹੀ ਇਹ ਨਹੀਂ। ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਤੇ ਬਾਅਦ ਦੇ ਵਿੱਚ ਮੀਡੀਆ ਰਾਹੀਂ ਲੋਕਾਂ ਨੂੰ ਪਤਾ ਲੱਗਦਾ। ਜੀ। ਹੁਣ ਦੇਖੋ ਬਈ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਕੋਈ ਅਣਮਨੁੱਖੀ ਵਰਤਾਰਾ ਨਾ ਹੋ ਜੇ, ਇਸ ਕਰਕੇ ਵਿਜੀਲੈਂਸ ਦਫ਼ਤਰ ਦੇ ਮੂਹਰੇ ਧਰਨਾ ਲਾਇਆ ਕਈ ਕਾਂਗਰਸੀਆਂ ਨੇ। ਹਾਂਜੀ, ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਵੀ ਜਿਹੜਾ ਸੱਚਾ ਬੰਦਾ ਹੁੰਦਾ ਉਹ ਆਪੇ ਛੁੱਟ ਜਾਂਦਾ, ਇੱਕ ਬੰਦੇ ਦੀ ਖਾਤਰ ਆਪਦੀ ਊਰਜਾ ਨਸ਼ਟ ਨਾ ਕਰੋ। ਤੇ ਜਦੋਂ ਮੈਂ ਜੇਲ੍ਹ ਦੇ ਵਿੱਚ ਗਿਆ ਸੀ ਤੇ ਮੈਂ ਸੱਚਾ ਸੀ, ਬਾਹਰ ਆਇਆ, ਚੋਣ ਲੜੀ, ਜਿੱਤ ਗਿਆ, ਤੇ ਆਪਾਂ ਆਪਦਾ ਕੰਮ, ਆਪਾਂ ਆਪਦੇ ਵਰਕਰ ਕਿਸੇ ਹੋਰ ਪਾਸੇ ਲੈ ਗਏ। ਰਾਜਾ ਵੜਿੰਗ ਹੋਰਾਂ ਨੇ ਕਹਿਤਾ ਵੀ ਭਾਈ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਹੁਣ ਹਟ ਜਾਂਦੀ ਹੈ। ਉਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਉੱਤਰ ਦਿੱਤਾ। ਹਾਂਜੀ, ਉਹ ਕਹਿੰਦੇ ਵੀ ਤੁਸੀਂ ਜਿਹੜਾ ਬਿਲਕੁਲ ਜ਼ਮੀਨ ਨਾਲ ਜੁੜਿਆ ਹੋਇਆ ਕੋਈ ਸਧਾਰਨ ਵਰਕਰ ਆ ਉਹਦੀ ਵੀ ਰਾਏ ਦੀ ਕਦਰ ਕਰੋ। ਹੁਣ ਸੰਦੀਪ ਜਾਖੜ ਹੋਰੀ ਆ ਗਏ, ਉਹ ਕਹਿੰਦੇ ਵੀ ਇੰਨਾ ਹੰਕਾਰ ਮੈਂ ਤਾਂ ਕਦੇ ਵੇਖਿਆ ਹੀ ਨਹੀਂ ਸੀ। ਅੱਛਾ ਜੀ। ਉਹ ਕਹਿੰਦੇ ਰਾਜਾ ਵੜਿੰਗ ਸਾਹਿਬ ਤੁਸੀਂ ਐਦਾਂ ਵੀ ਕਹਿੰਦੇ ਹੋ, ਮਤਲਬ ਆਹ ਕੁਝ ਚੱਲ ਰਿਹਾ ਇਸ ਵੇਲੇ ਜੀ। ਕਾਂਗਰਸ ਤੇ ਉਧਰ ਹਰੀਸ਼ ਚੌਧਰੀ ਹੋਰਾਂ ਨੇ ਵੀ ਤਾਂ ਅੱਗੇ ਨੋਟਿਸ ਭੇਜ ਦਿੱਤਾ, ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਭੇਜਤਾ ਹਾਂਜੀ। ਵੀ ਭਾਈ ਤੁਸੀਂ ਉੱਤਰ ਦਿਓ ਵੀ ਐਦਾਂ ਦੀਆਂ ਗੱਲਾਂ ਕਾਹਤੋਂ ਕਰੀ ਜਾਂਦੇ ਆ। ਬਿਲਕੁਲ ਸਹੀ ਹੈ। ਸੋ ਪਤਾ ਹੀ ਨਹੀਂ ਕੀ ਚੱਲੀ ਜਾਂਦਾ ਟਾਣਾ ਸਾਹਿਬ, ਸਾਰੇ ਪਾਸੇ ਘੁੰਮਣ ਘੇਰੀਆਂ ਨੇ। ਬਿਲਕੁਲ ਸਹੀ ਗੱਲ ਆ। ਹਾਂ, ਕਾਂਗਰਸ ਦਾ ਤਾਂ ਪਤਾ ਨਹੀਂ ਬਣੂਗਾ ਕੀ। ਮੈਨੂੰ ਤਾਂ ਖੁਦ ਨਹੀਂ ਪਤਾ ਲੱਗਦਾ, ਹਾਂ। ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਜੀ, ਤੇ ਵਿਚਾਰੇ ਪਰੇਸ਼ਾਨ ਬਹੁਤਾ ਕਾਂਗਰਸੀ ਇਸ ਵੇਲੇ, ਪਤਾ ਕਿਉਂ? ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਮੱਛਰ ਬਹੁਤ ਲੜ ਰਿਹਾ। ਤੇ ਉਹਨਾਂ ਨੇ ਚਾਰੇ ਪਾਸੇ ਉਹ ਜਿਹੜੀ ਕੀ ਹੁੰਦੀ ਆ, ਕੀ ਉਹ ਧੂਆਂ ਜਿਹਾ ਕਰਤਾ, ਕਹਿੰਦੇ ਮੱਛਰ ਮਾਰਨ ਵਾਲਾ, ਫੌਗਿੰਗ। ਫੌਗਿੰਗ, ਹਾਂ ਹਾਂ, ਆਹ ਕਰਤੀ ਉਹਨਾਂ ਨੇ। ਪਤਾ ਨਹੀਂ। ਖੈਰ, ਪਰ ਉਧਰ ਤਾਂ ਆਪਾਂ ਹਾਲੇ ਤਾਂ ਸੂਬੇ ਵਾਲੀ ਕਾਂਗਰਸ ਦੀ ਗੱਲ ਕਰ ਰਹੇ ਆ। ਉਧਰ ਜਿਹੜੀ ਸੀਨੀਅਰ ਲੀਡਰਸ਼ਿਪ ਉਹਦੀ ਵੀ ਗੱਲ ਕਰ ਲਈਏ ਕਿ ਉਹ ਕਹਿੰਦੇ ਕਿ ਹੁਣ ਉਹਨਾਂ ਨੇ ਪ੍ਰਧਾਨ ਚੁਣ ਲੈਣਾ ਨਵਾਂ। ਬਿਲਕੁਲ ਜੀ, ਕਹਿੰਦੇ 17 ਤਰੀਕ ਨੂੰ ਪਾਵਾਂਗੇ ਵੋਟਾਂ, 19 ਨੂੰ ਆਉਣਗੇ ਨਤੀਜੇ, 19 ਅਕਤੂਬਰ ਨੂੰ। ਹਾਂਜੀ, ਕਹਿੰਦੇ ਤੁਸੀਂ ਦੇਖੋ ਵੀ ਟਣਾ ਟਣ ਸਾਰੇ ਕੰਮ ਹੋ ਤੇ ਜਾਣੇ। ਜੇਕਰ ਇੱਕੋ ਹੀ ਉਮੀਦਵਾਰ ਹੋਇਆ ਤਾਂ 17 ਨੂੰ ਹੀ ਆ ਜਾਣਾ ਨਤੀਜਾ। ਹਾਂਜੀ, ਕਹਿੰਦੇ ਜੀ ਇੱਕ ਤੋਂ ਵੱਧ ਹੋਏ ਹਾਂ। ਤਾਂ ਫਿਰ ਕਹਿੰਦੇ ਵੀ ਵੋਟਾਂ ਪੈਣਗੀਆਂ, ਨਾਮਜ਼ਦਗੀਆਂ ਦਾਖਲ ਹੋਣਗੀਆਂ, ਸਾਰਾ ਕੁਝ ਹੋਊਗਾ। ਬਸ ਕਹਿੰਦੇ ਵੀ ਸਭ ਫੱਟੇ ਚੱਕ ਦੇਣੇ ਆ। ਅੱਛਾ। ਗੁਲਾਮ ਨਬੀ ਆਜ਼ਾਦ ਹੋਰੀ ਕਹਿੰਦੇ ਵੀ ਆਪਾਂ ਕੌਣ, ਅੱਛਾ ਜੀ। ਉਧਰੋਂ ਕਾਂਗਰਸੀ ਕਹਿੰਦੇ ਵੀ ਆਪਾਂ ਕੌਣ। ਹਾਂ, ਤੇ ਉਧਰੋਂ ਗੁਲਾਮ ਨਬੀ ਆਜ਼ਾਦ ਹੋਰਾਂ ਦੇ ਨਾਲ ਦੇ ਜਿਹੜੇ ਨੇ ਉਹਨਾਂ ਦੇ ਦੋਸਤ ਮਿੱਤਰ ਪਿਆਰੇ ਨੇ, ਉਹ ਕਹਿੰਦੇ ਵੀ ਅਸੀਂ ਤਾਂ ਨਬੀ ਸਾਹਿਬ ਦੇ ਨਾਲ ਹੀ ਆ, ਤੁਸੀਂ ਤੁਰੇ ਫਿਰੋ ਵੱਖਰੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਲੈ ਲਓ ਸਵਾਦ। ਹਾਂ, ਮੈਨੂੰ ਵੀ ਕੱਢਿਆ, ਸਭ ਨੂੰ ਹੀ ਕੱਢਿਆ, ਜੀ। ਤੁਹਾਡੇ ਕੋਲ ਕੋਈ ਬੰਦਾ ਰਹਿ ਕੇ ਰਾਜ਼ੀ ਤੇ ਆ। ਕਹਿੰਦੇ ਇਹਨਾਂ ਦੇ ਹਾਲਾਤ ਚੰਗੇ ਨਹੀਂ ਤੇ ਵਾਪਸੀ ਦੀ ਕੋਈ ਗੁੰਜਾਇਸ਼ ਵੀ ਨਹੀਂ। ਉਧਰੋਂ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਘੇਰ ਲਿਆ। ਹਾਂ। ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਹੈ ਕੌਣ, ਅੱਛਾ, ਆਪਾਂ ਕੌਣ। ਪਰ ਉੱਧਰ- ਆਪ ਜੀ ਦੀ ਪਤਨੀ ਅਸਤੀਫਾ ਦੇ ਦੇਵੇ ਲੋਕ ਸਭਾ ਦੀ ਮੈਂਬਰੀ ਤੋਂ, ਹਾਂਜੀ। ਤੇ ਫਿਰ ਵੇਖਦੇ ਆ ਵੀ ਆਪੇ ਚੋਣ ਲੜ ਕੇ ਵੀ ਕਿੰਨਾ ਕੁ ਜਿੱਤਦੇ ਆ। ਨਹੀਂ, ਪਰ ਪਰਨੀਤ ਕੌਰ ਹੋਰੀ ਤਾਂ ਹੋਰ ਨਾ ਮਸਲਾ ਚੁਲਝਿਆ ਹੋਇਆ। ਉਹ ਕਹਿੰਦੇ ਮੇਰਾ 1000 ਰੁਪਇਆ ਕਿੱਥੇ ਆ। ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ, ਹੱਥ ਦੇ ਵਿੱਚ ਫੜੇ ਫੱਟੇ ਹਾਂਜੀ। ਤਖਤੀਆਂ, ਹਾਂ। ਉਹਨਾਂ ਦੀ ਤਖਤੀ ਦੇ ਉੱਤੇ ਲਿਖਿਆ ਮੇਰਾ 1000 ਰੁਪਇਆ ਕਿੱਥੇ। ਮੈਂ ਕਿਹਾ ਹੈ ਇਹਨਾਂ ਨੂੰ ਵੀ ਇੰਨੀ ਭਿਆਨਕ ਲੋੜ ਪੈਗੀ। ਵਹਿ ਗਈ। ਮੇਰੇ ਵਰਗਾ ਬੰਦਾ ਮੰਨੇ ਵੀ ਮੇਰਾ 1000 ਰੁਪਇਆ, ਮੇਰਾ 500, ਮੇਰਾ 700 ਕਿੱਥੇ ਆ। ਹਾਂ, ਤੁਹਾਡੇ ਵਰਗਾ ਮੰਨੇ, ਬਿਲਕੁਲ ਪਰ ਮੰਨੇ। ਉਹਨਾਂ ਨੂੰ 1000 ਰੁਪਏ ਦੀ ਲੋੜ ਪੈਂਦੀ ਆ। ਵੇਖ ਲਓ, ਤੇ ਜੇ ਉਹਨਾਂ ਨੂੰ ਪੈਂਦੀ ਹੈ ਤਾਂ ਸਾਨੂੰ ਤੇ ਫਿਰ ਕਿੰਨੇ ਦੀ ਸਾਨੂੰ ਪੈਂਦੀ ਕਿੰਨੀ ਹੋ। ਹੋਊਗੀ। ਹੁਣ ਦੱਸੋ ਵੀ ਸਾਡਾ 100 ਰੁਪਏ ਕਿੱਥੇ ਆ। 100 ਨਹੀਂ 1000। ਉਹ ਵੱਡੇ ਲੋਕਾਂ ਨੂੰ 1000 ਦੀ ਲੋੜ, ਆਪਾਂ ਸਧਾਰਨ ਲੋਕ ਆ। ਅੱਛਾ, ਪਰ ਖਰਚੇ ਟਾਣਾ ਸਾਹਿਬ ਆਪਣੇ ਜ਼ਿਆਦੇ ਨੇ। ਚਲੋ ਕੋਈ ਨਹੀਂ, ਫਿਰ ਵੀ ਉਹਨਾਂ ਨੂੰ ਮਾਣ ਦੇ ਦਿੰਦੇ ਆ। ਚਲੋ ਦੇਤਾ ਉਹਨਾਂ ਨੂੰ, ਜਦੋਂ 1000 ਮਿਲ ਗਿਆ ਵਿੱਚੋਂ 100 ਆਪਾਂ ਲਿਆਉਣਾ। ਹਾਂ। ਠੀਕ ਹੈ। ਤੇ ਪਰ ਗੱਲ ਹੈਗੀ ਏਦਾਂ ਕਿ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਕ ਹੋਰ ਨਵੀਂ ਗੱਲ ਕੱਢ ਮਾਰੀ। ਨਹੀਂ, ਇਹਦੇ ਨਾਲ ਹੀ ਇੱਕ ਗੱਲ ਹੋਰ ਦੱਸਦਾ। ਕਿਹੜੀ? ਉਹ ਕਹਿੰਦੇ ਵੀ ਸਾਡਾ 1000 ਰੁਪਇਆ ਕਿੱਥੇ ਆ। ਤੇ ਕਾਂਗਰਸੀ ਪਤਾ ਕੀ ਕਹਿੰਦੇ, ਨਹੀਂ ਇੱਕ ਗੱਲ ਹੋਰ ਆ, ਉਹ ਕਹਿੰਦੇ ਨਾ ਵੀ ਭਾਈ ਸਾਡਾ 1000 ਰੁਪਇਆ ਕਿੱਥੇ ਆ, ਤੇ ਪੰਜਾਬ ਦੇ ਲੋਕ ਕਹਿੰਦੇ ਵੀ ਜਿਹੜਾ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਉਹ ਕਿੱਥੇ ਆ। ਹਾਂਜੀ, ਕੈਪਟਨ ਸਾਹਿਬ ਕਹਿੰਦੇ ਸੀ ਹਾਂ। ਮਾਫ ਕਰਤੇ ਕਰਜ਼ੇ, ਹਾਂਜੀ। ਨੇਰੀਆਂ ਲਿਆਤੀਆਂ ਵਿਕਾਸ ਦੀਆਂ, ਕਿਸਾਨੀ ਬੜੀ ਖੁਸ਼ਹਾਲ ਆ, ਜੱਫੀਆਂ ਪਾਉਣ ਨੂੰ ਫਿਰਦੀ ਆ। ਜੀ। ਆਹ ਦੱਸੋ ਵੀ ਭਾਈ ਸਾਡੇ ਪੈਸੇ ਕਿੱਥੇ ਆ। ਓਹੋ ਟਾਣਾ ਸਾਹਿਬ, ਪਰ ਤੁਸੀਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਾਲੀ ਗੱਲ ਹੀ ਨਹੀਂ ਸੁਣੀ। ਉਹ ਤਾਂ ਨਾ, ਉਹ ਜਿਹੜਾ ਤੁਸੀਂ ਚੁਟਕਲਾ ਸੁਣਾਉਣੇ ਹੁੰਨੇ ਆ ਵੀ ਇੱਕ ਵਾਰ ਇੱਕ ਬੰਦਾ ਜਿਹੜਾ ਆ ਉਹ ਪੱਥਰ ਮਾਰ ਰਿਹਾ ਸੀ, ਹਨਾ, ਤੇ ਕੋਈ ਉਹਨੂੰ ਆ ਕੇ ਕਹਿੰਦਾ ਓਏ ਉਧਰ ਨਾ ਪੱਥਰ ਮਾਰੀ, ਉਧਰ ਕੱਚ ਦੀ ਇਮਾਰਤ ਆ। ਤਾਂ ਕਹਿੰਦਾ ਚਲੋ ਵਾਵਾ ਚੇਤੇ ਕਰਾਤਾ। ਉਹੀ ਵਾਲਾ ਹਾਲ ਹੋਇਆ ਇੱਧਰ। ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿੰਦੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ, ਉਹ ਕਹਿੰਦੇ ਵੀ ਭਾਈ ਸਾਹਿਬ 3400 ਕਰੋੜ ਦਾ ਘਪਲਾ ਹੋਇਆ ਸੀ ਕੈਪਟਨ ਸਾਹਿਬ ਦੇ ਵੇਲੇ। ਉਹਦੀ ਵੀ ਮੈਂ ਵੰਗਾਰਦਾ ਤੁਹਾਨੂੰ, ਉਹਦੀ ਜਾਂਚ ਖਲਾ ਕੇ ਪੱਥਰ ਦਿਖਾਓ। ਮਾਰਨ ਵਾਲੀ, ਡਲੀਆਂ ਮਾਰਨ ਵਾਲੀ ਗੱਲ ਤੋਂ ਮੈਨੂੰ ਗੱਲ ਚੇਤੇ ਕਰਵਾਤੀ। ਜੀ। ਇੱਕ ਵਾਰੀ ਇੱਕ ਦਿਲ ਫੈਂਕ ਆਸ਼ਕ, ਓਹੋ, ਜਿਹਦਾ ਦਿਲ ਟੁੱਟਿਆ, ਜੀ। ਪ੍ਰੇਮਕਾ ਹੁਣੇ ਛੱਡ ਕੇ ਗਈ ਆ, ਉਹ ਜਿਵੇਂ ਨਾ ਤਨਹਾਈ ਜੀ ਦੇ ਵਿੱਚ ਬੈਠਾ ਬੰਦਾ ਤੇ ਇੱਕ ਚਲਾ ਗਿਆ ਛੱਪੜ ਜਿਹੇ ਜਾਂ ਤਲਾਬ ਦੇ ਦੁਆਲੇ, ਉਹ ਆ ਡਲੀ ਚੱਕੇ, ਆਪਣੀ ਆਦਤ ਹੁੰਦੀ ਨਾ ਹੱਥ ਤਾਂ ਆਪਣੇ ਵਿਹਲੇ ਰਹਿੰਦੇ ਨਹੀਂ, ਜੇ ਹੋਰ ਨਹੀਂ ਕੁਛ ਪੱਤਾ ਹੀ ਤੋੜੀ ਜਾਵਾਂਗੇ, ਪੱਤਾ ਨਹੀਂ ਤਾਂ ਘਾਹ ਹੀ ਪੱਟੀ ਜਾਵਾਂਗੇ ਜਿੱਥੇ ਬਹਿ ਗਏ। ਡਲੀ ਫੜੇ ਐ ਮਾਰੇ, ਹਾਂ, ਫਿਰ ਇੱਕ ਡਲੀ ਫੜੇ, ਹਾਂ, ਫਿਰ ਡਲੀ ਫੜੇ, ਚੱਲ ਲਹਿਰਾਂ ਜੀਆਂ ਬਣਾਈ ਜਾਵੇ। ਡੱਡੂ ਬਾਹਰ ਨਿਕਲਿਆ ਇੱਕ, ਕਹਿੰਦਾ ਸਮੱਸਿਆ, ਕਹਿੰਦਾ ਬਸ ਮੇਰੇ ਵਾਲੀ ਮੈਨੂੰ ਛੱਡ ਗਈ, ਕਹਿੰਦਾ ਤੇਰੇ ਵਾਲੀ ਤਾਂ ਛੱਡ ਗਈ, ਆਪਦੇ ਵਾਲੀ ਦੇ ਚੱਕਰ ਦੇ ਵਿੱਚ ਮੇਰੇ ਵਾਲੀ ਦਾ ਡੇਲਾ ਕੱਢਤਾ, ਮੇਰੀ ਡੱਡੀ ਮਾਰਤੀ।
ਉਹਦਾ ਹਿਸਾਬ ਕੌਣ ਕਰੂਗਾ? ਹਾਂ। ਪਰ ਟਾਣਾ ਸਾਹਿਬ ਮੈਂ ਹੈਰਾਨ ਆ ਤੁਹਾਡੇ ਤੇ, ਤੁਹਾਡਾ ਧਿਆਨ ਨਹੀਂ ਅੱਜਕੱਲ ਕੰਮ ਤੇ। ਕਿਉਂ? ਮੈਂ ਕਿਹਾ ਕਿ ਸਾਡਾ ਖਰਚਾ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਨਾਲੋਂ ਜ਼ਿਆਦਾ ਹੈ। ਹਾਂ। ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਕਿਵੇਂ। ਕਿਵੇਂ? ਉਹ ਉਹਨਾਂ ਨੂੰ ਤਾਂ ਤੋਹਫੇ ਵੀ ਮਿਲਦੇ ਹੋਣਗੇ, ਆਪਾਂ ਤਾਂ ਸਾਰਾ ਖਰਚਾ ਆਪ ਹੀ ਕਰਨਾ ਹੈ। ਸਾਨੂੰ ਖਟਕੜ ਸਾਹਿਬ ਨੇ ਤੋਹਫੇ ਦੇ ਦੇਣੇ ਆ। ਹਾਂਜੀ ਹਾਂਜੀ, ਵਿੱਚ ਹੀ। ਵਿੱਚ ਹੀ ਫਿਰ ਤਾਂ ਕਿਉਂ? ਖਟਕੜ ਸਾਹਿਬ ਨੇ ਸਾਨੂੰ ਤੋਹਫੇ ਦੇ ਦੇਣੇ ਆ। ਹਾਂ ਹਾਂਜੀ, ਤੇ ਅਸੀਂ ਫਿਰ ਉਹ 100 ਵੀ ਛੱਡ ਦਈਏ? ਛੱਡ ਦੋ ਛੱਡਤਾ, ਤੋਹਫੇ ਹੀ ਲਵਾਂਗੇ ਹੁਣ। ਜੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਹੁਣ ਆਪਾਂ ਲੰਪੀ ਸਕਿਨ ਜਿਹੜੀ ਬਿਮਾਰੀ ਪਸ਼ੂਆਂ ਦੀ, ਉਹਦੇ ਬਾਰੇ 'ਚ ਵੀ ਗੱਲ ਕਰ ਲਈਏ। ਬਹੁਤ ਨੁਕਸਾਨ ਹੋ ਰਿਹਾ ਪੰਜਾਬ ਦਾ। ਬਿਲਕੁਲ ਜੀ। ਤੇ ਇੱਕ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂਜੀ ਜਿੰਨੇ ਵੀ ਵੈਟਰਨਰੀ ਡਾਕਟਰ ਸਾਹਿਬਾਨ ਆ, ਬਿਲਕੁਲ ਪਸ਼ੂਆਂ ਦੇ ਰੋਗਾਂ ਦੇ ਮਾਹਰ ਜਿਹੜੇ ਡਾਕਟਰ ਸਾਹਿਬਾਨ ਆ, ਜਾਂ ਜਿੰਨੇ ਵੀ ਉਹਨਾਂ ਦੇ ਬਾਕੀ ਜਿਹੜੇ ਮੈਂਬਰ ਨੇ, ਜਿਹੜੇ ਨਾਲ ਦੇ ਦੇ। ਸਹਿਯੋਗੀ ਸਾਥੀ ਨੇ, ਜੀ ਉਹਨਾਂ ਦਾ ਧੰਨਵਾਦ ਇਸ ਕਰਕੇ ਕਰਦਾ ਵੀ ਉਹਨਾਂ ਨੇ ਦਿਨ ਰਾਤ ਕੰਮ ਕਰਨਾ ਸ਼ੁਰੂ ਕੀਤਾ। ਜੀ ਦੇਖੋ, ਸਮੱਸਿਆ ਕੋਈ ਵੀ ਆ ਸਕਦੀ ਹੈ, ਕਿਤੇ ਵੀ ਆ ਸਕਦੀ ਹੈ, ਪਰ ਜਿਸ ਤਰੀਕੇ ਨਾਲ ਉਹਨਾਂ ਦੀਆਂ ਛੁੱਟੀਆਂ ਰੱਦ ਹੋਈਆਂ, ਦਿਨ ਰਾਤ ਕੰਮ ਕਰਦੇ ਆ, ਬਿਮਾਰੀ ਦੀ ਆਪਦੀ ਅਵਸਥਾ ਦੇ ਵਿੱਚ ਵੀ ਕੰਮ ਕਰਦੇ ਆ। ਜੀ ਕਿਸੇ ਦੇ ਪਿਤਾ ਨੂੰ, ਕਿਸੇ ਦੇ ਕੋਈ ਘਰਵਾਲੀ ਨੂੰ, ਕਿਸੇ ਦੇ ਭਰਾ ਨੂੰ ਕੋਈ ਸਮੱਸਿਆ ਆ ਜੇ, ਬੱਚੇ ਨੂੰ ਸਮੱਸਿਆ ਆਵੇ, ਇਸ ਦੇ ਬਾਵਜੂਦ ਕੰਮ ਤੇ ਆਉਂਦੇ ਆ। ਤੇ ਮੈਂ ਵਾਰ-ਵਾਰ ਉਹ ਚਿੱਠੀਆਂ ਦੇਖੀਆਂ ਜਿਹਦੇ ਵਿੱਚ ਛੁੱਟੀਆਂ ਰੱਦ ਕੀਤੀਆਂ ਗਈਆਂ, ਹਾਂਜੀ ਤੇ ਰੱਦ ਹੋਈਆਂ ਛੁੱਟੀਆਂ ਦੇ ਬਾਵਜੂਦ ਉਹ ਖਿੜੇ ਮੱਥੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਧੰਨਵਾਦ ਤੇ ਸਲਾਮ ਆ। ਬਿਲਕੁਲ ਸਹੀ ਹੈ। ਉਹਨਾਂ ਦੀ ਮਿਹਨਤ ਨੂੰ ਸੱਚੀ ਸਲਾਮ ਹੈ। ਉਹ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਨੇ ਔਰ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਪਸ਼ੂਆਂ ਨੂੰ ਬਚਾਇਆ ਜਾ ਸਕੇ। ਕਿਸਾਨਾਂ ਦਾ ਜੋ ਨੁਕਸਾਨ ਹੋ ਰਿਹਾ ਹੈ, ਉਹ ਨੁਕਸਾਨ ਨਾ ਸਰਕਾਰ ਹੋਵੇ। ਨੇ ਬਜਟ ਕਿੰਨਾ ਜਾਰੀ ਕੀਤਾ, ਜੀ। ਸਰਕਾਰ ਦਵਾਈਆਂ ਕਿੰਨੀਆਂ ਦਿੰਦੀ ਹੈ, ਸਰਕਾਰ ਕੀ ਪਹੁੰਚਾਉਂਦੀ ਹੈ, ਇਹ ਤਾਂ ਸਰਕਾਰ ਦਾ ਮਸਲਾ ਨਾ। ਉਹਨਾਂ ਦੇ ਕੋਲੇ ਜੋ ਆਇਆ ਉਹ ਤਨਦੇਹੀ ਨਾਲ ਕਰ ਰਹੇ ਆ। ਬਿਲਕੁਲ ਬਿਲਕੁਲ ਬਿਲਕੁਲ। ਇਹਦੇ ਲਈ ਉਹਨਾਂ ਸਾਰਿਆਂ ਨੂੰ ਸੱਚੀ ਸ਼ੁਕਰੀਆ ਵੀ ਕਹਿੰਦੇ ਆ ਤੇ ਸਲਾਮ ਵੀ ਕਰਦੇ ਆ। ਪਰ ਗੱਲ ਇਹ, ਕੁਝ ਅੰਕੜੇ ਸਾਹਮਣੇ ਆਏ ਨੇ ਟਾਣਾ ਸਾਹਿਬ ਇਸ ਬਿਮਾਰੀ ਦਾ ਕਰਕੇ। ਆਪਾਂ ਜਾਣਦੇ ਆ ਜਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ, ਉਸ ਤੋਂ ਬਾਅਦ ਵਿੱਚ ਹੁਣ ਇੱਕ ਰਿਪੋਰਟ ਸਾਹਮਣੇ ਆਈ ਜਿਹੜੀ ਇਹ ਕਹਿੰਦੀ ਹੈ ਕਿ 3 ਕਰੋੜ ਲੀਟਰ ਦੁੱਧ ਦੇ ਵਿੱਚੋਂ 75 ਲੱਖ ਲੀਟਰ ਘਟ ਗਿਆ। ਬਿਲਕੁਲ ਜੀ। ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਹਰ ਰੋਜ਼ 3 ਕਰੋੜ ਲੀਟਰ ਦੁੱਧ ਪੈਦਾ ਹੁੰਦਾ। ਇਸ ਲੰਪੀ ਸਕਿਨ ਬਿਮਾਰੀ ਦੇ ਕਰਕੇ ਪਸ਼ੂ ਮਰ ਬਹੁਤ ਗਏ ਆ। ਗਾਵਾਂ ਦੇ ਲਗਾਤਾਰ ਮਰਨ ਦੀਆਂ ਖਬਰਾਂ ਆ ਰਹੀਆਂ। ਜੀ ਇਹਦੇ ਕਰਕੇ ਹੁਣ ਜਿਹੜਾ 75 ਲੱਖ ਲੀਟਰ ਦੁੱਧ ਦੀ ਕਿੱਲਤ ਆ, 75 ਲੱਖ ਲੀਟਰ ਦੁੱਧ ਘਟ ਗਿਆ ਕਹਿਣ ਦਾ ਭਾਵ। ਹਾਂਜੀ ਅੰਮ੍ਰਿਤਸਰ ਦਾ ਜਿਹੜਾ ਪਲਾਂਟ ਆ ਦੁੱਧ ਵਾਲਾ, ਹਾਂਜੀ ਉਹਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਸਾਡੇ ਕੋਲੇ ਵੀ ਬੜੇ ਵੱਡੀ ਮਾਤਰਾ ਦੇ ਵਿੱਚ ਲੱਖਾਂ ਲੀਟਰ ਸਾਡੇ ਕੋਲੇ ਦੁੱਧ ਆਉਂਦਾ ਸੀ, ਤੇ ਉਹਦੇ ਵਿੱਚੋਂ ਹਜ਼ਾਰਾਂ ਲੀਟਰ ਦੇ ਉੱਤੇ ਕਟੌਤੀ ਹੋ ਗਈ ਆ। ਜੀ ਬਾਕੀ ਵੀ ਜਿਹੜੇ ਪੰਜਾਬ ਦੇ ਵੱਖ-ਵੱਖ ਪਲਾਂਟ ਆ, ਮਿਲਕ ਪਲਾਂਟ, ਉਹਨਾਂ ਦੇ ਵਿੱਚ ਵੀ ਦੁੱਧ ਦੀ ਬਹੁਤ ਕਮੀ ਆਈ ਆ। ਜੀ ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਜੇਕਰ ਉਧਰ ਦੁੱਧ ਦੀ ਕਮੀ ਆਈ ਆ ਤਾਂ ਫਿਰ ਪੰਜਾਬ ਦੇ ਲੋਕਾਂ ਕੋਲੇ ਵੀ ਦੁੱਧ ਦੀ ਕਮੀ ਆਉਣੀ ਹੈ। ਜੀ ਪਰ ਕਿਤੋਂ ਵੀ ਇਹੋ ਜੀਆਂ ਖਬਰਾਂ ਨਹੀਂ ਆਈਆਂ ਕਿ ਲੋਕ ਦੁੱਧ ਦੇ ਪਿੱਛੇ ਪਰੇਸ਼ਾਨ ਨੇ, ਵੀ ਉਹਨਾਂ ਨੂੰ ਦੁੱਧ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਤਾ ਨਹੀਂ ਇਹ ਦੇਖੋ, ਕਿਹੜਾ ਇਹ ਉਹ ਗੱਲ ਹੈ। ਬੜੀ ਸਾਫ਼ ਆ, ਬੜੀ ਜੀ। ਸਪਸ਼ਟ ਆ ਵੀ ਪਸ਼ੂ ਮਰ ਰਹੇ ਆ, ਕਿਸਾਨ ਟੁੱਟ ਰਹੇ ਆ 10,000 ਤੋਂ ਵੱਧ ਪਸ਼ੂ ਮਰ ਗਏ ਟਾਣਾ ਸਾਹਿਬ ਪੰਜਾਬ ਦੇ ਵਿੱਚ। ਜੀ। ਤੇ 1 ਜਾਂ 1.25 ਲੱਖ ਦੇ ਕਰੀਬ ਪਸ਼ੂ ਇਹੋ ਜਿਹੇ ਜਿਹੜੇ ਕਿ ਹਾਲੇ ਵੀ ਪੀੜਤ ਆ ਹਾਂਜੀ ਇਸ ਰੋਗ ਤੋਂ। ਬਾਕੀ ਸੂਬਿਆਂ ਦੇ ਵਿੱਚ ਵੀ ਇਹ ਸਮੱਸਿਆ। ਪਰ ਹੁਣ ਵਿਚਲਾ ਸਵਾਲ ਇੱਕ ਹੋਰ ਆ ਵੀ ਪੰਜਾਬ ਦੇ ਵਿੱਚ ਦੁੱਧ ਦਾ ਉਤਪਾਦਨ ਘਟੀ ਜਾਂਦਾ, ਆ ਲੰਪੀ ਸਕਿਨ ਦੇ ਕਰਕੇ ਹੋਰ ਘਟ ਗਿਆ, ਪਰ ਪੰਜਾਬ ਦੇ ਵਿੱਚ ਦੁੱਧ ਦੀ ਕਿੱਲਤ ਕਿਉਂ ਨਹੀਂ ਪੈਦਾ ਹੁੰਦੀ? ਜੀ ਉਹਦੇ ਪਿੱਛੇ ਵਜ੍ਹਾ ਕੀ ਆ, ਕਾਰਨ ਉਹਦੇ ਪਿੱਛੇ ਕਿਹੜੇ ਆ? ਵੀ ਇਹ ਕਿਉਂ ਕਾਰਨ ਬਣਦਾ ਵੀ ਮੰਨ ਲਓ ਤੁਸੀਂ ਕਿਸੇ ਡੇਅਰੀ ਤੇ ਗਏ, ਉਹ ਡੇਅਰੀ ਵਾਲੇ ਨੂੰ ਕਹਿੰਦੇ ਜੀ ਕਿ ਮੈਨੂੰ ਨਾ 2 ਕੁਇੰਟਲ ਦੁੱਧ ਚਾਹੀਦਾ, ਉਹ ਕਹਿ ਦਿੰਦਾ ਵੀ ਘੰਟੇ ਕੁ ਨੂੰ ਆ ਜਿਓ। ਇਹ ਘੰਟੇ ਕੁ ਨੂੰ ਆ ਜਿਓ ਤੱਕ ਉਦੋਂ ਤੱਕ ਕਿਹੜੀਆਂ ਬੂਰੀਆਂ ਚੋਂਦੇ ਆ, ਕਿਹੜੀਆਂ ਮੱਝਾਂ ਇਹਨਾਂ ਦੁੱਧ ਦੇ ਦੇਣਗਾ ਵੀ ਜਿਹੜੀਆਂ ਘੰਟੇ ਦੇ ਵਿੱਚ ਤੁਹਾਨੂੰ 2 ਕੁਇੰਟਲ ਦੁੱਧ ਮਿਲ ਜਾਊਗਾ। ਜੀ ਸੋ ਬਿਲਕੁਲ ਬਹੁਤ ਕੁਝ ਕਾਲਾ ਮਾਲਾ ਵੀ ਚੱਲਦਾ, ਯੂਰੀਆ ਵਾਲਾ ਦੁੱਧ ਵੀ ਪੰਜਾਬ 'ਚ ਮਿਲ ਰਿਹਾ, ਸੋਡੇ ਵਾਲਾ ਵੀ ਮਿਲ ਰਿਹਾ, ਹੋਰ ਵੀ ਬੜਾ ਕੁਝ ਮਿਲ ਰਿਹਾ, ਸ਼ੈਂਪੂ ਵਾਲਾ ਵੀ ਮਿਲਦਾ। ਸਾਰਿਆਂ ਦੀ ਮੈਂ ਗਲਤੀ ਦੀ ਗੱਲ ਨਹੀਂ ਕਰਦਾ, ਪਰ ਜਿੱਥੇ ਜਿੱਥੇ ਆਹ ਕੁਝ ਹੁੰਦਾ, ਸਾਡੀ ਸਿਹਤ ਮਹਿਕਮੇ ਨੂੰ ਬੇਨਤੀ ਹੈ ਵੀ ਉੱਥੇ ਜਾ ਕੇ ਨੱਥ ਪਾਉਣ ਦੀ ਕੋਸ਼ਿਸ਼ ਵੀ ਕਰੋ। ਜੀ ਬਿਲਕੁਲ ਕਰਨੀ ਚਾਹੀਦੀ ਹੈ। ਔਰ ਇਹਦੇ ਨਾਲ ਹੀ ਇੱਕ ਬੇਨਤੀ ਵੀ ਟਾਣਾ ਸਾਹਿਬ ਜ਼ਰੂਰ ਕਰ ਲਈਏ, ਸਾਰੇ ਜਿੰਨੇ ਵੀ ਲੋਕ ਪਸ਼ੂ ਰੱਖਦੇ ਨੇ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ, ਕਿਉਂਕਿ ਮੈਂ ਕੱਲ ਆਪਣੇ ਅੱਖੀਂ ਵੇਖਿਆ ਟਾਣਾ ਸਾਹਿਬ ਕੁਝ ਇੱਕ ਪਸ਼ੂ ਜਿਨ੍ਹਾਂ ਨੂੰ ਲੰਪੀ ਸਕਿਨ ਹੋਈ ਸੀ, ਬਿਮਾਰੀ ਨਜ਼ਰ ਆ ਰਿਹਾ ਸੀ, ਉਹਨਾਂ ਦੀ ਕਹਿ ਲਓ ਵੀ ਜਿਹੜੀ ਚਮੜੀ ਵੇਖ ਕੇ ਪਤਾ ਲੱਗ ਰਿਹਾ ਸੀ, ਉਹਨਾਂ ਨੂੰ ਇੱਦਾਂ ਹੀ ਛੱਡ ਦਿੱਤਾ ਗਿਆ ਅਵਾਰਾ। ਜੇਕਰ ਕੋਈ ਵੀ ਪਸ਼ੂ ਇਸ ਬਿਮਾਰੀ ਤੋਂ ਗ੍ਰਸਤ ਆ ਤੇ ਉਹਨੂੰ ਇੱਦਾਂ ਸੜਕ ਤੇ ਨਾ ਛੱਡਿਆ ਜਾਵੇ। ਅਸੀਂ ਜਾਣਦੇ ਹਾਂ ਇਹ ਬਹੁਤ ਨੁਕਸਾਨ ਹੋ ਰਿਹਾ ਇਸ ਵੇਲੇ, ਬਹੁਤ ਔਖਾ ਹੈ ਦਵਾਈ ਦਾ ਪ੍ਰਬੰਧ ਕਰਨਾ, ਸਾਰਾ ਕੁਝ ਕਰਨਾ ਬਹੁਤ ਔਖਾ ਹੈ। ਪਲੱਸ ਇਹ ਵੀ ਕਿਤੇ ਨਾ ਕਿਤੇ ਚਿੰਤਾ ਹੁੰਦੀ ਹੈ ਵੀ ਜਿਹੜੇ ਬਾਕੀ ਦੇ ਪਸ਼ੂ ਨੇ ਕਿਤੇ ਉਹਨਾਂ ਨੂੰ ਇਹ ਬਿਮਾਰੀ ਨਾ ਲੱਗ ਜਾਏ। ਅਸੀਂ ਸਾਰਾ ਕੁਝ ਸਮਝਦੇ ਹਾਂ, ਪਰ ਸੜਕ ਤੇ ਪਸ਼ੂ ਨੂੰ ਇੱਦਾਂ ਛੱਡ ਦੇਣਾ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਅਸੀਂ ਉਸ ਪਸ਼ੂ ਨੂੰ ਅਲੱਗ ਕਰ ਦਈਏ, ਉਹਦੀ ਸੇਵਾ ਕਰੀਏ ਜਿੰਨਾ ਹੋ ਸਕਦਾ ਹੈ, ਕਿਉਂਕਿ ਉਹ ਬੇਜ਼ੁਬਾਨ ਨੇ। ਉਹਨਾਂ ਨੂੰ ਸੜਕਾਂ ਤੇ ਛੱਡਾਂਗੇ ਹੋਰ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਸਕਦੀਆਂ ਨੇ। ਸੋ ਇਸ ਲਈ ਥੋੜਾ ਜਿਹਾ ਸਾਨੂੰ ਸੋਚਣ ਦੀ ਲੋੜ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਸਮਰਾਲਾ ਸ਼ਹਿਰ ਦਾ ਇੱਕ ਪਿੰਡ ਆ, ਨੇੜੀ ਪਿੰਡ ਆ, ਉਸ ਪਿੰਡ ਦਾ ਇੱਕ ਕਿਸਾਨ ਹੈ ਰਵਿੰਦਰ ਸਿੰਘ। ਜੀ
ਉਹਨੂੰ ਪਸ਼ੂਆਂ ਦੇ ਨਾਲ ਇੰਨਾ ਪਿਆਰ ਆ ਤੇ ਆਪਦੇ ਬਲਦਾਂ ਨਾਲ ਇੰਨਾ ਪਿਆਰ ਆ ਵੀ ਲੰਪੀ ਸਕਿਨ ਦੇ ਕਰਕੇ ਉਹਦੇ 4 ਬਲਦਾਂ ਦੀ ਮੌਤ ਹੋ ਗਈ। ਓਹੋ ਉਹਨੇ ਲੱਖਾਂ ਰੁਪਏ ਦੀਆਂ ਦਵਾਈਆਂ ਖਰਚੀਆਂ, ਜੀ ਲੱਖਾਂ ਰੁਪਈਆ ਇਹਨਾਂ ਨੂੰ ਬਚਾਉਣ ਦੇ ਲਈ ਖਰਚਿਆ, ਪਰ 4 ਬਲਦ ਮਰ ਗਏ। ਅੱਛਾ ਜੀ। ਜਦੋਂ ਬਲਦ ਮਰ ਗਏ ਕਿਸਾਨ ਟੁੱਟ ਗਿਆ, ਪਰ ਉਹਦਾ ਪਿਆਰ ਸੀ ਆਪਣੇ ਬਲਦਾਂ ਦੇ ਨਾਲ ਪੁੱਤਾਂ ਵਾਲਾ। ਹਾਂਜੀ। ਇਸ ਕਰਕੇ ਜਿਵੇਂ ਅਸੀਂ ਪਰਿਵਾਰ ਦਾ ਕੋਈ ਜੀ ਜਹਾਨੋਂ ਕੂਚ ਕਰ ਜੇ ਤੇ ਉਸ ਤੋਂ ਬਾਅਦ ਅਸੀਂ ਭੋਗ ਵੀ ਪਾਉਨੇ ਆ, ਅਸੀਂ ਪ੍ਰਸ਼ਾਦਾ ਵੀ ਛਕਾਉਨੇ ਆ, ਉਸ ਤੋਂ ਪਹਿਲਾਂ ਅਸੀਂ ਕਾਰਡ ਛਪਵਾ ਕੇ ਵੀ ਦੁਖੀ ਹਿਰਦੇ ਵਾਲੇ ਲੋਕਾਂ ਨੂੰ ਵੰਡਦੇ ਆ। ਇਹਨੇ ਸਾਰਾ ਕੁਝ ਉਵੇਂ ਕੀਤਾ। ਇਹਨੇ ਕਾਰਡ ਛਪਾਏ, ਆਪਦੇ 4 ਬਲਦਾਂ ਦੀਆਂ ਫੋਟੋਆਂ ਕਾਰਡ ਦੇ ਉੱਤੇ ਲਾਈਆਂ, ਫਿਰ ਇਹਨੇ ਪਾਠ ਰਖਾਇਆ, ਭੋਗ ਪਵਾਇਆ, ਲੰਗਰ ਛਕਾਇਆ। ਮਤਲਬ ਇਹ ਹੈ ਵੀ ਸਾਡੇ ਪੰਜਾਬ ਦੇ ਵਿੱਚ ਇੰਨੀ ਮੁਹੱਬਤ ਕਰਨ ਵਾਲੇ, ਆਪਦੇ ਪਸ਼ੂਆਂ ਨੂੰ ਆਪਦੇ ਪਰਿਵਾਰਕ ਮੈਂਬਰ ਸਮਝਣ ਵਾਲੇ ਲੋਕ ਵੀ ਹੈਗੇ ਆ। ਵਾਕਈ ਟਾਣਾ ਸਾਹਿਬ, ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਹੁੰਦੇ ਨੇ ਵੀ ਸੁੱਕੇ ਕੱਖ ਖਾ ਕੇ ਵੀ ਇਹ ਪਸ਼ੂ, ਤੁਸੀਂ ਵੇਖੋ ਗਾਵਾਂ ਦੀ ਗੱਲ ਕਰ ਲਓ, ਮੱਝਾਂ ਦੀ ਗੱਲ ਕਰ ਲਓ, ਸਾਨੂੰ ਸ਼ੁੱਧ ਦੁੱਧ ਦਿੰਦੇ ਨੇ, ਸਾਡੇ ਤੋਂ ਕੁਝ ਮੰਗਦੇ ਤਾਂ ਨਹੀਂ। ਬਲਦਾਂ ਦੀ ਗੱਲ ਕਰ ਲਓ, ਕਿੰਨੀ ਮਿਹਨਤ ਉਹ ਖੇਤਾਂ ਦੇ ਵਿੱਚ ਕਰਦੇ ਨੇ, ਉਹ ਸਾਡੇ ਤੋਂ ਕੁਝ ਆਪਣੇ ਮੂੰਹੋਂ ਤਾਂ ਨਹੀਂ ਮੰਗਦੇ ਵੀ ਆਹ ਦੇ ਦਿਓ, ਆਹ ਦੇ ਦਿਓ, ਮੈਂ ਆਹ ਵੀ ਹੜੱਪ ਲਵਾਂ, ਆਹ ਵੀ ਹੜੱਪ ਲਵਾਂ। ਜੋ ਅਸੀਂ ਉਹਨਾਂ ਦੀ ਖੁਰਲੀ 'ਚ ਪਾਵਾਂਗੇ ਉਹਨਾਂ ਨੇ ਉਹੀ ਖਾ ਕੇ ਤੇ ਖੁਸ਼ ਹੋ ਜਾਣਾ ਹੈ, ਉਹਨਾਂ ਨੇ ਉਹੀ ਪਾਣੀ ਪੀ ਕੇ ਤੇ ਸਾਨੂੰ 100-100 ਦੁਆਵਾਂ ਦੇਣੀਆਂ ਨੇ। ਸਾਡੇ ਪਰਿਵਾਰਕ ਜੀ ਹੀ ਹੁੰਦੇ ਨੇ ਇਹ, ਔਰ ਜਿਹੜੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ, ਇਹਨਾਂ ਦੀ ਕਦਰ ਕਰਦੇ ਨੇ, ਵਾਕਈ ਉਹਨਾਂ ਸਾਰਿਆਂ ਨੂੰ ਸਲਾਮ ਹੈ। ਅਸਲ 'ਚ ਇਨਸਾਨ ਉਹੀ ਲੋਕ ਨੇ। ਬਿਲਕੁਲ ਸਹੀ। ਸੋ ਇਹ ਜਿਹੜਾ ਕਿਸਾਨ ਆ, ਇਹਨੇ ਸਭ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਮੇਰੇ ਪੁੱਤਾਂ ਵਰਗੇ ਬਲਦਾਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਆਏ ਆ। ਸੋ ਇਹੋ ਜਿਹੇ ਲੋਕ ਵੀ ਪੰਜਾਬ ਦੇ ਵਿੱਚ ਵਸਦੇ ਆ। ਕੋਈ ਬੰਦਾ ਉੱਠ ਕੇ ਕਹੇ 4 ਰੁਪਏ ਹੋਣੇ ਨੇ ਤਾਂ ਕਰਤਾ ਹੈ, ਗੱਲ ਜਜ਼ਬਾਤ ਦੀ ਆ, ਗੱਲ ਜਿਗਰੇ ਦੀ ਸੰਵੇਦਨਸ਼ੀਲ ਦੀ ਆ। ਜੀ ਬਿਲਕੁਲ ਸਹੀ ਹੈ, ਗੱਲ ਜਿਗਰੇ ਦੀ ਵੀ ਆ। ਰੁਪਈਏ ਤਾਂ ਹੋ ਸਕਦਾ ਆਪਣੇ ਗਵਾਂਢੀ ਕੋਲੇ ਬਹੁਤ ਹੋਣ, ਪਰ ਉਹ ਪੰਜੀ ਨਹੀਂ ਦਿੰਦਾ ਕਿਸੇ ਨੂੰ। ਜੀ ਨਾਲੇ ਬਹੁਤੀ ਵਾਰ ਟਾਣਾ ਸਾਹਿਬ, ਮਾਫ ਕਰਨਾ, ਪਰ ਇਹ ਗੱਲ ਸੱਚੀ ਹੈ ਵੀ ਬਹੁਤੀ ਵਾਰ ਤਾਂ ਸਾਡੇ ਪਿੰਡ ਦੇ ਵਿੱਚੋਂ, ਆਂਢ ਗੁਆਂਢ ਦੇ ਵਿੱਚੋਂ ਕਈ ਵਾਰ ਐ ਹੁੰਦਾ ਕਿ ਕੋਈ ਬੰਦਾ ਵਿਚਾਰਾ ਦਵਾਈ ਦਾ ਕਰਕੇ ਹੀ ਜਹਾਨੋਂ ਕੂਚ ਕਰ ਜਾਂਦਾ, ਇਸ ਤਾਂ ਕਦੀ ਉਹਦਾ ਹਾਲ ਨਹੀਂ ਪੁੱਛਣ ਜਾਂਦੇ। ਨਾਲੇ ਨਾ ਅਸੀਂ ਤਾਂ ਇੰਨੇ ਸਵਾਰਥੀ ਬੰਦੇ ਬਣ ਗਏ ਆ ਵੀ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। ਮੈਨੂੰ ਇੱਕ ਵਾਰੀ ਇੱਕ ਬੰਦੇ ਨੇ ਕਿਹਾ ਦੁੱਧ ਪੀਆ ਕਰ, ਰਾਤ ਨੂੰ ਨਾ 1 ਗਲਾਸ ਭਰ ਕੇ ਦੁੱਧ ਪੀਆ ਕਰ। ਮੈਂ ਕਿਹਾ ਕਿਉਂ? ਕਹਿੰਦਾ ਹੱਡੀਆਂ ਮਜ਼ਬੂਤ ਹੁੰਦੀਆਂ। ਮੈਂ ਕਿਹਾ ਜੀ ਤੋਂ ਦੁੱਧ ਲੈਣ ਦੀ ਖਾਤਰ ਉਹਦੇ ਹੱਡ ਪੋਲੇ ਕਰਦੇ, ਉਹਨੇ ਮੇਰੀਆਂ ਹੱਡੀਆਂ ਕੀ ਮਜ਼ਬੂਤ ਕਰਨੀਆਂ? 4 ਜਣੇ ਤਾਂ ਘੇਰਾ ਪਾਹੇ ਖੜ ਜਾਂਦੇ ਪਸ਼ੂ ਨੂੰ, ਲਾ ਕੇ ਟੀਕਾ ਉਹਦੇ ਪੁੜੇ ਤੇ ਜਾਂ ਧੌਣ ਤੇ 2 ਜਣੇ ਡਾਂਗਾ ਲਾ ਕੇ ਖੜ ਜਾਂਦੇ, 1 ਜਣਾ ਰੱਸਾ ਪਾਹੇ ਖੜ ਜਾਂਦੇ ਲੱਤਾਂ ਨੂੰ, ਤੇ ਉਹਦੇ ਦੁੱਧ ਦੇ ਨਾਲ ਮੈਂ ਦੱਸ ਕਿਹੜਾ ਭਲਵਾਨ ਬਣਨਾ। ਸੋ ਇਹ ਹੈ ਜੀ ਕਿ ਜਦੋਂ ਦੁੱਧ ਸ਼ੁੱਧ ਹੁੰਦੇ ਸੀ, ਭਲਵਾਨੀਆਂ ਵੀ ਉਦੋਂ ਸੀ। ਇਹ ਪੈਕਟਾਂ ਵਾਲੇ ਦੁੱਧ ਪੀ ਪੀ ਕੇ ਮੈਂ ਤਾਂ ਦਾਰਾ ਸਿੰਘ ਬਣਦਾ ਵੇਖਦਾ ਨਹੀਂ ਜੀ। ਨਾਲੇ ਪਸ਼ੂਆਂ ਨੂੰ ਪਿਆਰ ਨਾਲ ਰੱਖਣਾ ਪਊਗਾ, ਸਾਨੂੰ ਇਨਸਾਨ ਹੋਣ ਦਾ ਸਬੂਤ ਦੇਣਾ ਪਊਗਾ, ਤਾਂ ਹੀ ਸਾਰਾ ਕੁਝ ਸੰਭਵ ਹੈ। ਨਹੀਂ ਤਾਂ ਆਪਾਂ ਦੇਖ ਹੀ ਰਹੇ ਹਾਂ ਜੋ ਹੋ ਰਿਹਾ ਸਾਡੇ ਆਲੇ ਦੁਆਲੇ, ਜੋ ਹੋ ਰਿਹਾ ਇਸ ਧਰਤੀ ਦੇ ਉੱਪਰ, ਇਹ ਕਿਸ ਤੋਂ ਲੁਕਿਆ ਤਾਂ ਨਹੀਂ, ਇਹ ਸਾਰਾ ਕੁਝ ਸਾਡੀਆਂ ਕੀਤੀਆਂ ਦਾ ਹੀ ਨਤੀਜਾ ਹੈ। ਸੋ ਬਾਕੀ ਹੁਣ ਆਪਾਂ ਚੱਲੀਏ ਟਾਣਾ ਸਾਹਿਬ। ਬਿਲਕੁਲ ਜੀ, ਬਿਲਕੁਲ। ਤੇ ਇੱਕ ਵਾਰੀ ਫੇਰ ਜੀ ਸਭ ਦਾ ਸ਼ੁਕਰੀਆ, ਸਭ ਦਾ ਬਹੁਤ ਬਹੁਤ ਧੰਨਵਾਦ, ਹਰਮਨ ਜੀ ਦੇ ਵੱਲੋਂ ਵੀ, ਮੇਰੇ ਵੱਲੋਂ ਵੀ, ਸਾਡੇ ਸਮੁੱਚੇ ਦਫ਼ਤਰ ਦੇ ਵੱਲੋਂ ਵੀ ਤੁਸੀਂ 1600 ਕਿਸ਼ਤ ਖੁਸ਼ੀ ਪ੍ਰਵਾਨ ਕੀਤੀ। ਤੇ ਹਰ ਰੋਜ਼ ਸਾਡੇ ਲਈ ਇੱਕ ਨਵੀਂ ਚੁਣੌਤੀ ਵੀ ਹੁੰਦੀ ਹੈ। ਅਸੀਂ ਨਵੇਂ ਵੱਡੇ ਛੋਟੇ ਚੰਗੇ ਮੰਦੇ ਪੱਖਾਂ ਵਾਲੇ ਵੱਖ-ਵੱਖ ਸ਼ਖਸ ਲੈ ਕੇ ਆਉਨੇ ਆ ਵੀ ਜਿਨ੍ਹਾਂ ਦੇ ਕੋਲੋਂ ਅਸੀਂ ਤਿੱਖੇ ਸਵਾਲ ਕਰੀਏ ਤੇ ਕਰਦੇ ਵੀ ਰਵਾਂਗੇ। ਕਈਆਂ ਦੇ ਪੱਖ ਚੰਗੇ ਵੀ ਹੁੰਦੇ, ਕਈਆਂ ਦੇ ਮੰਦੇ ਵੀ ਹੁੰਦੇ ਆ। ਕੋਈ ਕਿਵੇਂ ਹੁੰਦਾ, ਉਹ ਕਿਵੇਂ ਹੁੰਦਾ, ਅਸੀਂ ਤੁਹਾਡੀ ਕਸਵੱਟੀ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਜੇ ਤੁਹਾਡਾ ਪਿਆਰ ਇਦਾਂ ਹੀ ਮਿਲਦਾ ਰਿਹਾ ਤੇ 1600 ਤੋਂ 16000 16 ਲੱਖ ਪਤਾ ਨਹੀਂ ਕਿੰਨੇ ਹੋ ਜਾਣਗੇ, ਪਰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਇਹ ਸਾਥ ਹਮੇਸ਼ਾ ਬਣਾਈ ਰੱਖਿਓ। ਸੋ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ, ਜਾਣਦਾ ਹੋ ਗਿਆ ਵੇਲਾ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।